ਚਾਹੁੰਦਾ ਹੈ ਪੰਜਾਬ ਦੇ ਲੋਕਾਂ ਦੀ ਸਰਕਾਰ। ਜਿਸ ਦਿਨ ਲੋਕਾਂ ਦੀ ਸਰਕਾਰ ਬਣ ਗਈ, ਲੋਕਾਂ ਨੂੰ ਹੱਕ ਮਿਲ ਗਏ, ਉਸ ਦਿਨ ਬਦਲਾਵ ਆ ਜਾਊਗਾ। ਆਪਾਂ ਨੂੰ ਇਸ ਲਾਲਚ ਤੋਂ ਬਾਹਰ ਆਉਣਾ ਪੈਣਾ। ਆਟਾ ਦਾਲ ਦੀਆਂ ਸਕੀਮਾਂ, ਚਾਹ ਪੱਤੀ ਦੀਆਂ ਸਕੀਮਾਂ, ਮੋਬਾਈਲ ਫੋਨ ਦੀਆਂ ਸਕੀਮਾਂ, ਫ੍ਰੀ ਸਫ਼ਰ ਦੀਆਂ ਸਕੀਮਾਂ, ਇਹ ਸਾਡੇ ਹੱਕ ਨਹੀਂ ਆ। ਸਾਡੇ ਹੱਕ ਕੀ ਹੈ? ਇੱਜ਼ਤ ਦੀ ਜ਼ਿੰਦਗੀ, ਐਸ ਪਰ ਕ੍ਰੈਡੀਬਿਲਿਟੀ, ਸਾਨੂੰ ਨੌਕਰੀ ਮਿਲੇ। सियासत तो क्यों दूर हो रहा है नौजवान? सानू ये क्यों लगता है कि सियासत गंदी चीज़ है? ये एक प्रोपेगेंडा चलाया गया, कहन नूं पॉलिटिकल पार्टीज़ है, पर ये एक तरह माफिया के तौर पर ही काम कर रही है कि कोई तीजा बंदा ना साडे विच आके फिट हो जाए, क्योंकि इन्हां नूं पेंशनां लग रही, साडे टैक्स के पैसे नूं इन्हां नूं सिक्योरिटी मिल जाती है। ये तो राज कर रहे हैं। इन्हां दा नारे देख लो, जिन्नी वारी भी नारा लगता, कदे आंदी है बादल की सरकार, कदे कैप्टन की सरकार। लोकां दी सरकार कित्थे है? आम लोग तो रुल रहे हैं। पॉलिटिक्स इज अ डर्टी गेम फॉर डर्टी पीपल। वो परिभाषा किन्ने बदलनी है? असली लोग ही बदलांगे ना। पर वो बदलोगे किवें? उन्होंने चेंज किवें करोगे? सियासत दे विच आना पैना। कि नौजवान जो स्कूल च है तो उहदे हुण दिमाग 'च गल बैठ गई है भी मैं +2 करना और बाहर चला जाना, उस तो इलावा सोच ही नहीं रहा। ये बेसिकली ਜਿਹੜੇ ਰਵਾਇਤੀ ਲੀਡਰ ਨੇ ਚਾਹੁੰਦੇ ਆ ਕਿ ਨੌਜਵਾਨ ਇੱਥੇ ਰਵੇ ਹੀ ਨਾ, ਕਿਉਂਕਿ ਨੌਜਵਾਨ ਨਾ ਰੀੜ ਦੀ ਹੱਡੀ ਹੁੰਦਾ ਕਿਸੇ ਵੀ ਸੂਬੇ ਦਾ। ਤੇ ਉਹਨਾਂ ਨੂੰ ਪਤਾ ਜੇ ਸਾਡੇ ਨਾਲ ਟਾਕਰਾ ਲੈ ਸਕਦਾ, ਸਾਡੇ ਨਾਲ ਲੜਾਈ ਲੜ ਸਕਦਾ, ਤਾਂ ਨੌਜਵਾਨਾਂ ਕਹਿੰਦੇ ਪਹਿਲੇ ਨੌਜਵਾਨ ਨੂੰ ਬਾਹਰ ਭੇਜ ਦਿਓ। ਪੁਰਾਣਿਆਂ ਨੂੰ ਤਾਂ ਅਸੀਂ ਉਦਾਂ ਹੀ ਮਾਨਸਿਕਤਾ ਨਾਲ ਫਿੱਟ ਕੀਤਾ ਹੀ ਹੋਇਆ। ਪੰਜਾਬ 'ਚ ਨਸ਼ਾ ਬਹੁਤ ਹੈ, ਦੁਨੀਆ ਪੱਧਰ ਤੇ ਗੱਲ ਚਲੀ ਗਈ। ਹੁਣ ਹਾਲਾਤ ਕੈਸੇ ਨੇ? ਹੁਣ ਚੀਜ਼ਾਂ ਕੈਸੀਆਂ ਨੇ ਜਦੋਂ ਗਰਾਊਂਡ ਤੇ ਦੇਖਦੇ? ਮੈਨੂੰ ਲੱਗਦਾ ਇਹਦੀ ਡੈਫੀਨੇਸ਼ਨ ਨਾ ਕਿਸਾਨ ਅੰਦੋਲਨ 'ਚ ਨੌਜਵਾਨਾਂ ਨੇ ਬਦਲਤੀ। ਜਿਹੜਾ ਉਹਨਾਂ ਦੇ ਮੱਥੇ ਤੇ ਟੈਗ ਲੱਗਾ ਸੀ ਨਾ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ, ਤੇ ਇਸ ਅੰਦੋਲਨ 'ਚ ਨੌਜਵਾਨਾਂ ਨੇ ਉਹ ਪਰਿਭਾਸ਼ਾ ਤਾਂ ਬਦਲ ਹੀ ਦਿੱਤੀ ਕਿ ਨਹੀਂ, ਅੱਜ ਵੀ ਜਿਹੜਾ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ 'ਚ ਰਹਿ ਰਿਹਾ, ਉਹ ਭਗਤ ਸਿੰਘ ਹੋਣਾ ਦਾ ਵਾਰਿਸ ਹੈ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਦਾ ਵਾਰਿਸ ਹੈ। ਤੇ ਉਹ ਆਪਣੇ ਹੱਕ ਲੈਣਾ ਜਾਣਦਾ। ਤੇ ਆਉਣ ਵਾਲੇ ਸਮੇਂ 'ਚ 2022 ਜੋ ਮੈਨੂੰ ਲੱਗਦਾ ਵਿਲ ਬੀ ਦਾ ਟਰਨਿੰਗ ਪੁਆਇੰਟ। ਲੋਕ ਹੱਸਦੇ ਨੇ ਕਈ ਵਾਰ ਜਦੋਂ ਐਸੀਆਂ ਗੱਲਾਂ ਉਹਨਾਂ ਦੇ ਨਾਲ ਕਰੀਦੀਆਂ, ਕ੍ਰਾਂਤੀਕਾਰੀ ਗੱਲਾਂ ਕਰੀਦੀਆਂ, ਜਾਂ ਮੂੰਹ ਤੇ ਨਹੀਂ ਹੱਸਦੇ ਤਾਂ ਪਿੱਠ ਤੇ ਹੱਸਦੇ ਆ ਕਿ ਇੱਕ ਐਸੀਆਂ ਗੱਲਾਂ ਕਰਦੇ ਨੇ। ਇਸ ਤਰ੍ਹਾਂ ਥੋੜੀ ਹੁੰਦਾ ਹੈ। ਹਾਂ, ਇਹ ਸੋਚ ਕਿਵੇਂ ਬਦਲੋਗੇ? ਟਾਈਮ ਲੱਗਦਾ, ਪਰ ਡੈਫੀਨਿਟਲੀ ਬਦਲਾਂਗੇ। ਹਾਰ ਥੋੜੀ ਮੰਨ ਲੈਣੀ ਹੁਣ, ਉਮੀਦ ਨਾਲ ਚੱਲਦਾ। ਪਾਤਰ ਸਾਹਿਬ ਦਾ ਇੱਕ ਸ਼ੇਰ ਹੈ, ਕੀ ਹੋਇਆ ਜੇ ਪੱਤ ਚੜੇ ਆਈ, ਕੀ ਹੋਇਆ ਜੇ ਪੱਤ ਚੜੇ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਕਿੱਥੋਂ ਲੱਭ ਕੇ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਉਮੀਦ ਨਾਲ ਚੱਲ ਰਿਹਾ, ਡੈਫੀਨਿਟਲੀ ਬਦਲਾਵ ਆਊਗਾ। ਲੁਧਿਆਣਾ ਦਾ ਨੌਜਵਾਨ ਕੋਮਲ ਗੁਰਨੂਰ ਸਿੰਘ ਸਿਆਸੀ ਅਤੇ ਸਮਾਜਿਕ ਤਬਦੀਲੀ ਚਾਹੁੰਦਾ ਹੈ। ਗੈਰ ਸਿਆਸੀ ਪਿਛੋਕੜ ਤੋਂ ਆਉਣ ਵਾਲੇ ਗੁਰਨੂਰ ਦੇ ਪਿਤਾ ਡਾਕਟਰ ਮਨਜੀਤ ਸਿੰਘ ਕੋਮਲ TGN ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੇ ਅਤੇ ਮਾਤਾ ਖਾਲਸਾ ਕਾਲਜ ਫਾਰ ਵੂਮਨ ਦੇ ਜ਼ੂਲੋਜੀ ਡਿਪਾਰਟਮੈਂਟ ਦੇ HOD। ਗੁਰਨੂਰ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਸਮਾਜਿਕ ਤਬਦੀਲੀ ਲਈ ਲਾਮਬੰਦ ਹੈ। ਯੰਗਸਟਰਸ ਦੇ ਸਾਡੇ ਪਹਿਲੇ ਐਪੀਸੋਡ ਵਿੱਚ ਮਿਲੋ ਕੋਮਲ ਗੁਰਨੂਰ ਸਿੰਘ ਨੂੰ। ਕਿ ਮੇਰੀ ਕਲਮ ਵੀ ਵਾਕਿਫ ਹੈ ਮੇਰੇ ਜਜ਼ਬਾਤਾਂ ਦੇ ਨਾਲ, ਮੇਰੀ ਕਲਮ ਵੀ ਵਾਕਿਫ ਹੈ ਮੇਰੇ ਜਜ਼ਬਾਤਾਂ ਦੇ ਨਾਲ, ਇਸ਼ਕ ਵੀ ਲਿਖਦਾ ਤਾਂ ਇਨਕਲਾਬ ਲਿਖਣਾ ਚਾਹੁੰਦਾ ਹੈ। ਆਹ ਹੀ ਸੋਚ। ਸੁਣੇ ਪੰਜਾਬ, ਸੋਹਣੀ ਪੰਜਾਬੀਅਤ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਯੰਗਸਟਰਸ ਦੇ ਇਸ ਐਪੀਸੋਡ ਦੇ ਵਿੱਚ ਇੱਕ ਐਸੇ ਨੌਜਵਾਨ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੋ ਪੰਜਾਬ ਪ੍ਰਤੀ ਬਹੁਤ ਸੁਹਿਰਦ ਹੈ ਔਰ ਇਹ ਸੋਚਦਾ ਹੈ ਕਿ ਪੰਜਾਬ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਲੁਧਿਆਣਾ ਤੋਂ ਕੋਮਲ ਗੁਰਨੂਰ ਸਿੰਘ ਅੱਜ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਕੋਮਲ ਜੀ, ਬਹੁਤ ਬਹੁਤ ਸਵਾਗਤ ਹੈ। ਸਿਮਰਨਜੋਤ ਜੀ, ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਵਿੱਚ ਤਬਦੀਲੀ ਦੇਖਦੇ ਹੋ ਤਾਂ ਕਿਸ ਤਰ੍ਹਾਂ ਦੀ ਤਬਦੀਲੀ ਦੇਖਦੇ ਹੋ? ਦੇਖੋ ਸਿਮਰਨਜੋਤ ਜੀ, ਜਦੋਂ ਵੀ ਆਪਾਂ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਬਹੁਤ ਫਖਰ ਮਹਿਸੂਸ ਹੁੰਦਾ। ਭਾਵੇਂ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਆਪਾਂ ਇਹ ਗੱਲ ਵੀ ਸੁਣਦੇ ਹਾਂ ਕਿ ਉਹਦੇ 'ਚ ਕਿਸੇ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ, ਕਿ ਇੰਨਾ ਖੁਸ਼ਹਾਲ ਰਾਜ ਸੀਗਾ। ਤੇ ਜੇ ਆਪਾਂ ਅੱਜ ਦਾ ਰਾਜ ਦੇਖਦੇ ਹਾਂ ਤੇ ਸਿਰਫ ਫਿਕਰ ਹੁੰਦੀ ਆ, ਕਿਉਂਕਿ ਹਰ ਚਿਹਰੇ ਤੇ ਤੁਹਾਨੂੰ ਮਾਯੂਸੀ, ਨਿਰਾਸ਼ਾ, ਮੁਸੀਬਤਾਂ, ਪਰੇਸ਼ਾਨੀਆਂ ਨਜ਼ਰ ਆਉਂਦੀਆਂ, ਤੇ ਜਿਹਦੇ ਕਰਕੇ ਹੁਣ ਮਹਿਸੂਸ ਹੁੰਦਾ ਕਿ ਹੁਣ ਬਦਲਾਵ ਦੀ ਲੋੜ ਆ ਸਾਡੇ ਪੰਜਾਬ 'ਚ। ਸਿਆਸਤ ਤੋਂ ਕਿਉਂ ਦੂਰ ਹੋ ਰਿਹਾ ਨੌਜਵਾਨ? ਸਾਨੂੰ ਇਹ ਕਿਉਂ ਲੱਗਦਾ ਹੈ ਕਿ ਸਿਆਸਤ ਗੰਦੀ ਚੀਜ਼ ਹੈ? ਇਹ ਇੱਕ ਪ੍ਰੋਪੇਗੈਂਡਾ ਚਲਾਇਆ ਗਿਆ, ਸਾਡੇ ਸਰਕਾਰਾਂ ਵੱਲੋਂ ਹੀ ਚਲਾਇਆ ਗਿਆ ਕਿ ਕੋਈ ਆਮ ਘਰ ਦਾ ਬੰਦਾ ਜਾਂ ਜਿਹੜਾ ਸੁਹਿਰਦ ਬੰਦਾ ਜਾਂ ਜਿਹੜੇ ਚੰਗੀ ਸੋਚ ਰੱਖਣ ਦਾ ਮਾਲਕ ਹੈ, ਉਹ ਬੰਦਾ ਕਿਤੇ ਸਿਆਸਤ 'ਚ ਨਾ ਜੇ, ਕਿਉਂਕਿ ਇਹਨਾਂ ਦਾ ਨਾ ਇੱਕ ਮਾਫੀਆ ਬਣਿਆ ਹੋਇਆ। ਇਹ ਰਾਜਨੀਤਿਕ ਮਾਫੀਆ
ਕਹਿਣ ਨੂੰ ਪੋਲੀਟੀਕਲ ਪਾਰਟੀਆਂ ਹੈ, ਪਰ ਇਹ ਇੱਕ ਤਰ੍ਹਾਂ ਮਾਫੀਆ ਦੇ ਤੌਰ ਤੇ ਹੀ ਕੰਮ ਕਰ ਰਹੀਆਂ ਕਿ ਕੋਈ ਤੀਜਾ ਬੰਦਾ ਨਾ ਸਾਡੇ ਵਿੱਚ ਆ ਕੇ ਫਿੱਟ ਹੋ ਜਾਏ, ਕਿਉਂਕਿ ਇਹਨਾਂ ਨੂੰ ਪੈਨਸ਼ਨਾਂ ਲੱਗ ਰਹੀਆਂ, 4-4 ਪੈਨਸ਼ਨਾਂ ਲੱਗ ਰਹੀਆਂ। ਜਿੰਨੀ ਵਾਰੀ ਐਮਐਲਏ ਬੰਦਾ ਉਨੀਆਂ ਪੈਨਸ਼ਨਾਂ ਲੱਗ ਜਾਂਦੀਆਂ, 2-2 ਲੱਖ ਤਨਖਾਹਾਂ, ਸਾਡੇ ਟੈਕਸ ਦੇ ਪੈਸਿਆਂ ਨੂੰ ਇਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਹੈ। ਇਹ ਤਾਂ ਰਾਜ ਕਰ ਰਹੇ ਨੇ। ਇਹਨਾਂ ਦਾ ਨਾਰਾ ਹੀ ਦੇਖ ਲਓ, ਜਿੰਨੀ ਵਾਰੀ ਵੀ ਨਾਰਾ ਲੱਗਦਾ, ਕਦੇ ਆਉਂਦੀ ਆ ਬਾਦਲ ਦੀ ਸਰਕਾਰ, ਕਦੇ ਕੈਪਟਨ ਦੀ ਸਰਕਾਰ। ਲੋਕਾਂ ਦੀ ਸਰਕਾਰ ਕਿੱਥੇ ਹੈ? ਆਮ ਲੋਕ ਤਾਂ ਰੁਲ ਰਹੇ ਨੇ। ਤੇ ਜਿਹੜੇ ਮਰਜ਼ੀ ਦਫ਼ਤਰ ਚਲ ਜਾਓ, ਸਰਕਾਰੀ ਦਫ਼ਤਰ ਚਲ ਜਾਓ, ਪੁਲਿਸ ਥਾਣੇ ਚਲ ਜਾਓ, ਹਰ ਜਗ੍ਹਾ ਤੇ ਸਿਰਫ ਆਮ ਲੋਕਾਂ ਨੂੰ ਜਲੀਲ ਕੀਤਾ ਜਾਂਦਾ, ਹਰਾਸ ਕੀਤਾ ਜਾਂਦਾ, ਖੱਜਲ ਖੁਆਰ ਕੀਤਾ ਜਾਂਦਾ। ਲੋਕਾਂ ਦੀ ਸਰਕਾਰ ਤਾਂ ਅੱਜ ਤੱਕ ਨਹੀਂ ਬਣੀ, ਟੱਬਰਾਂ ਦੀ ਸਰਕਾਰਾਂ ਬਣਦੀਆਂ ਆ ਰਹੀਆਂ ਪੰਜਾਬ 'ਚ। ਤੁਹਾਨੂੰ ਲੱਗਦਾ ਐਕਸੈਪਟੇਬਿਲਿਟੀ ਹੈ ਨੌਜਵਾਨ ਦੀ ਇਸ ਪੋਲੀਟੀਕਲ ਸਿਸਟਮ 'ਚ ਕਲੀਨ ਰਹਿ ਕੇ ਉਹ ਆਪਦਾ ਕੰਮ ਕਰ ਸਕਦਾ ਹੈ? ਦੇਖੋ, ਬਹੁਤ ਔਖਾ ਹੈ। ਸਾਡੇ ਲੋਕ ਸੋਸ਼ਲ ਮੀਡੀਆ ਤੇ ਨੋ ਡਾਊਟ ਲਿਖਦੇ ਨੇ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਪਰ ਜਦੋਂ ਪ੍ਰੈਕਟੀਕਲੀ ਐਕਸੈਪਟੈਂਸ ਦੀ ਗੱਲ ਕਰੀਏ ਉਦੋਂ ਨਹੀਂ ਐਕਸੈਪਟ ਕਰਦੇ ਸਾਡੇ ਲੋਕ। ਆਈ ਡੋਨਟ ਨੋ ਵਾਟ ਇਜ਼ ਦ ਰੀਜ਼ਨ, ਐਕਸੈਪਟ ਨਹੀਂ ਕਰਦੇ। ਹੁਣ ਜੇ ਇਲੈਕਟੋਰਲ ਸਿਸਟਮ 'ਚ ਕੋਈ ਨੌਜਵਾਨ ਆਉਣਾ ਚਾਹੁੰਦਾ, ਬਦਲਾਵ ਲਿਆਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ, ਨੋ ਡਾਊਟ ਸੋਸ਼ਲ ਮੀਡੀਆ ਤੇ ਬਹੁਤ ਸਪੋਰਟ ਮਿਲੂਗੀ ਨੌਜਵਾਨ ਨੂੰ, ਪਰ ਜੇ ਉਹ ਕਿੱਥੇ ਇਲੈਕਸ਼ਨਾਂ 'ਚ ਖੜਾ ਹੋ ਜੇ, ਮੈਨੂੰ ਨਹੀਂ ਲੱਗਦਾ ਕਿ ਉਹ ਲੋਕ ਉਹਨੂੰ ਸ਼ਾਇਦ ਜਿਤਾਣ। ਤਾਂ ਉਹ ਰਵਾਇਤੀ ਤਰੀਕਿਆਂ ਦੇ ਨਾਲ ਹੀ ਆਪਣਾ ਉਹਨੂੰ ਸੱਤਾ ਦੇ ਵਿੱਚ ਆਉਣਾ ਪਊਗਾ। ਨਹੀਂ, ਇਹ ਕਿਉਂਕਿ ਸ਼ਰਾਬ ਵੰਡਣਾ ਅਕਸਰ ਕਹਿ ਦਿੰਦੇ ਆ ਅਸੀਂ ਕਿ ਪੈਸਾ ਵੰਡਣਾ ਪੈਂਦਾ, ਸ਼ਰਾਬ ਵੰਡਣੀ ਪੈਂਦੀ ਹੈ, ਕਿਉਂਕਿ ਇਹ ਰਾਜਨੀਤੀ ਨਾ ਇਹਨਾਂ ਨੇ ਮਹਿੰਗੀ ਬਹੁਤ ਕਰਤੀ। ਇਹਨਾਂ ਨੇ ਰਾਜਨੀਤੀ ਨੂੰ ਬੇਸਿਕਲੀ ਵਪਾਰ ਬਣਾ ਲਿਆ ਕਿ ਜਿਹੜਾ ਇੰਡਸਟਰੀਅਲਿਸਟ ਆ, ਜਿਹੜਾ ਵੱਡੇ ਘਰਾਣੇ ਤੋਂ ਬਿਲੋਂਗ ਕਰਦਾ, ਜਿਹੜਾ ਕਰੋੜ 2 ਕਰੋੜ ਖਰਚ ਸਕਦਾ, ਸਿਰਫ ਉਹੀ ਰਾਜਨੀਤੀ 'ਚ ਆ ਸਕਦਾ। ਆਮ ਘਰ ਦਾ ਬੱਚਾ ਰਾਜਨੀਤੀ 'ਚ ਆ ਹੀ ਨਹੀਂ ਸਕਦਾ। ਪਰ ਉਹ ਪਰਿਭਾਸ਼ਾ ਬਦਲਣ ਦੀ ਲੋੜ ਹੈ। ਇਹ ਸਮੇਂ ਦੀ ਮੰਗ ਹੈ ਕਿ ਵੀ ਸ਼ੁੱਡ ਚੇਂਜ ਦੀ ਡੈਫੀਨੇਸ਼ਨ। ਜਿਹੜੀ ਡੈਫੀਨੇਸ਼ਨ ਬਣੀ ਹੋਈ ਹੈ ਨਾ, ਜਿਵੇਂ ਤੁਸੀਂ ਕਿਹਾ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ ਫॉर ਡਰਟੀ ਪੀਪਲ, ਉਹ ਪਰਿਭਾਸ਼ਾ ਕਿੰਨੇ ਬਦਲਣੀ ਆ? ਅਸੀਂ ਲੋਕ ਹੀ ਬਦਲਾਂਗੇ ਨਾ। ਪਰ ਉਹ ਬਦਲੋਗੇ ਕਿਵੇਂ? ਉਹਨੂੰ ਚੇਂਜ ਕਿਵੇਂ ਕਰੋਗੇ? ਸਿਆਸਤ ਦੇ ਵਿੱਚ ਆਉਣਾ ਪੈਣਾ। ਇਹ ਜਿਹੜਾ ਹੁਣ ਲੋਕ ਇਸ ਚੀਜ਼ ਤੋਂ ਵੀ ਡਰਦੇ ਆ ਕਿ ਆਪਾਂ ਜੋ ਰਾਜਨੀਤੀ ਦੀ ਗੱਲ ਕਰਾਂਗੇ ਤੇ ਲੋਕ ਤੁਹਾਨੂੰ ਵੀ ਟਾਰਗੇਟ ਕਰਨਗੇ, ਅੱਛਾ ਤੂੰ ਸਿਆਸਤ ਕਰ ਰਿਹਾ। ਉਹ ਜੇ ਸਿਆਸਤ ਕਰ ਰਿਹਾ ਤੇ ਚੰਗੀ ਸਿਆਸਤ ਕਰੋ ਨਾ, ਚੰਗੀ ਰਾਜਨੀਤੀ ਕਰੋ। ਰਾਜਨੀਤੀ ਦਾ ਮਤਲਬ ਕੀ ਹੈ? ਸੇਵਾ, ਜਨਤਾ ਦੀ ਨੁਮਾਇੰਦਗੀ ਕਰਨੀ। ਜਨਤਾ ਦੇ ਨੌਕਰ ਹੀ ਆ ਨਾ ਬੇਸਿਕਲੀ, ਜਿਹੜੇ ਆਪਾਂ ਲੀਡਰ ਚੁਣਦੇ ਆ, ਨੁਮਾਇੰਦੇ ਚੁਣਦੇ ਆ, ਉਹ ਜਨਤਾ ਦੇ ਨੌਕਰ ਆ ਨਾ। ਮੈਨੂੰ ਦੱਸੋ ਕਿਹੜਾ ਨੌਕਰ ਆ? ਜਨਤਾ ਨੂੰ ਉਲਟਾ ਨੌਕਰ ਬਣਾ ਕੇ ਰੱਖਿਆ। ਇਹਨਾਂ ਦੇ ਦਫ਼ਤਰਾਂ ਦੇ ਬਾਹਰ ਚੱਲ ਜਾਓ, ਲੀਡਰਾਂ ਦੇ ਦਫ਼ਤਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ। ਕਿਉਂ? ਕਿਉਂਕਿ ਮਾਈ ਬਾਪ ਵਾਲਾ ਕਲਚਰ ਹਲੇ ਤੱਕ ਚੱਲ ਰਿਹਾ। ਮਾਨਸਿਕਤਾ ਗੁਲਾਮ ਹੈ। ਇਹ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਜ਼ਹਿਨ ਚੋਂ ਕੱਢਣਾ ਪੈਣਾ ਹੈ ਕਿ ਜੇ ਉਹ ਵਿਧਾਇਕ ਬਣ ਗਿਆ, ਐਮਪੀ ਬਣ ਗਿਆ ਤਾਂ ਉਹਨੂੰ ਉੱਚਾ ਦੇਖਿਆ ਜਾਂਦਾ? ਸਿਮਰਨਜੋਤ ਜੀ 74 ਸਾਲ ਹੋ ਗਏ। ਆਪਣੇ ਅੱਜ ਦੇ ਦੌਰ 'ਚ ਵੀ ਸਿਆਸੀ ਮੁੱਦੇ ਕੀ ਆ? ਗਲੀਆਂ ਸੜਕਾਂ ਬਣਵਾ ਦਾਂਗੇ, ਪਾਰਕ ਮੇਨਟੇਨ ਕਰ ਦਾਂਗੇ, ਸੀਵਰੇਜ ਪਵਾ ਦਾਂਗੇ। 74 ਸਾਲ ਹੋ ਗਏ ਆਜ਼ਾਦੀ ਲਈ ਨੂੰ, ਹਾਲੇ ਤੱਕ ਆਪਾਂ ਗਲੀਆਂ ਸੜਕਾਂ ਨਹੀਂ ਬਣਵਾ ਪਾਏ। ਤੇ ਹੋਰ ਕੀ ਆ ਮਾਨਸਿਕਤਾ? ਇਹ ਗੁਲਾਮੀ ਆ। ਆਪਾਂ ਬਦਲਾਅ ਵੀ ਨਹੀਂ ਦੇਖ ਰਹੇ। ਆਹ ਲਿਬਰੇਟ ਹੋਇਆ ਨਾ, 30 ਸਾਲ ਪਹਿਲੇ ਹੀ ਲਿਬਰੇਟ ਹੋਇਆ ਦੁਬਈ। ਉਹ ਦੇਖੋ ਬੁਰਜ ਖਲੀਫਾ ਬਣਾਤਾ, ਠੀਕ ਹੈ ਨਾ। ਕਿੰਨੀ ਉਹਨਾਂ ਨੇ ਤਰੱਕੀ ਕਰ ਲਈ, ਕਿਉਂਕਿ ਉੱਥੇ ਇੱਕ ਵਿਜ਼ਨਰੀ ਲੀਡਰਸ਼ਿਪ ਆ। ਸਾਡੀ ਇੱਥੇ ਵਿਜ਼ਨਰੀ ਲੀਡਰਸ਼ਿਪ ਨੂੰ ਵੋਟ ਹੀ ਨਹੀਂ ਪੈਂਦੀ। ਇੱਥੇ ਧਰਮਾਂ ਦੇ ਨਾਮ ਤੇ ਵੋਟਾਂ ਪੈਂਦੀਆਂ ਨੇ, ਪੈਸਾ ਜਿਹੜਾ ਵੰਡਦਾ ਉਹਨੂੰ ਵੋਟਾਂ ਪੈਂਦੀਆਂ ਨੇ, ਸੋਚ ਦੇ ਨਾਮ ਤੇ ਤਾਂ ਵੋਟ ਨਹੀਂ ਪੈਂਦੀ। ਕੋਈ ਦਲਿਤ ਦਾ ਕਾਰਡ ਖੇਡਣ ਲੱਗ ਜਾਊਗਾ, ਕੋਈ ਕਿਹੜਾ ਕਾਰਡ ਇੱਥੇ ਇਹ ਸੋਚ ਤਾਂ ਚੱਲਦੀ ਹੈ। ਪਰ ਕਿਹੜਾ ਬੰਦਾ ਚੰਗਾ ਇੱਕ ਰੋਡ ਮੈਪ ਦਿਖਾ ਰਿਹਾ, ਇੱਕ ਏਜੰਡਾ ਦਿਖਾ ਰਿਹਾ, ਪਾਲਿਸੀਜ਼ ਲਿਆ ਰਿਹਾ, ਉਹਨੂੰ ਤਾਂ ਵੋਟਾਂ ਹੀ ਨਹੀਂ ਪੈਂਦੀਆਂ। ਬੇਸਿਕਲੀ ਐਮਐਲਏਜ਼ ਕੌਣ ਨੇ? ਐਮਐਲਏਜ਼ ਪਾਲਿਸੀ ਮੇਕਰਸ ਨੇ ਨਾ। ਇੱਥੇ ਲੋਕਾਂ ਨੂੰ ਪਤਾ ਹੀ ਨਹੀਂ, ਲੋਕਾਂ ਨੂੰ ਲੱਗਦਾ ਸਾਡੇ ਭੋਗ ਤੇ ਆ ਗਿਆ, ਬਸ ਇਹੀ ਐਮਐਲਏ ਦਾ ਕੰਮ ਹੈ। ਇਹ ਇੱਕ ਪਰਿਭਾਸ਼ਾ ਬਦਲਣ ਦੀ ਲੋੜ ਹੈ ਸਾਨੂੰ। ਐਮਐਲਏ ਦੀ ਜਿਹੜੀ ਸੋਚ ਹੈ, ਜਿਹੜੇ ਆਪਾਂ ਜਿਹਨੂੰ ਵੋਟ ਪਾ ਰਹੇ ਉਹਨੂੰ ਪਰਖੋ ਤਾਂ ਸਹੀ। ਆਪਾਂ ਪਰਖਦੇ ਹੀ ਨਹੀਂ। ਕਿਸ ਤਰ੍ਹਾਂ ਪਰਖਣਾ ਚਾਹੀਦਾ? ਜਦੋਂ ਆਪਾਂ ਸਿਮਰਨਜੋਤ ਜੀ, ਜਦੋਂ ਆਪਾਂ ਆਪਣੀ ਕੁੜੀ ਲਈ ਕੋਈ ਰਿਸ਼ਤਾ ਲੱਭਦੇ ਆ, ਆਪਾਂ ਇਨਕੁਆਇਰੀਆਂ ਕਰਦੇ ਆ, ਪਿਛੋਕੜ ਜਾਣਦੇ ਆ ਮੁੰਡੇ ਬਾਰੇ, ਉਹਦੀ ਸੋਚ ਬਾਰੇ ਜਾਣਦੇ, ਉਦੋਂ ਵੀ ਤਾਂ ਪਰਖਦੇ ਆ ਜਦੋਂ ਆਪਾਂ ਮੁੰਡਾ ਲੱਭਦੇ ਆ। ਤੇ ਲੀਡਰ ਚੁਣਨ ਵੇਲੇ ਕਿਉਂ ਨਹੀਂ ਆਪਾਂ ਪਰਖ ਸਕਦੇ? ਨੀਅਤ ਚਾਹੀਦੀ ਹੈ ਨਾ ਪਰਖਣ ਦੀ। ਮੈਂ ਤਾਂ ਪਹਿਲੇ ਹੀ ਕਹਿਣਾ, ਆਪਾਂ ਅੱਜ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਲੋਕ ਬਹੁਤ ਗਾਲਾਂ ਕੱਢ ਰਹੇ ਨੇ ਸਰਕਾਰਾਂ ਨੂੰ, ਪਰ ਸਰਕਾਰਾਂ ਨੂੰ ਬਣਾਉਣ ਵਾਲੇ ਵੀ ਤਾਂ ਸਾਡੇ ਲੋਕ ਨੇ। ਹਾਲੇ ਤੱਕ ਸਾਨੂੰ ਆਪਣੀ ਵੋਟ ਦੀ ਵੈਲਿਊ ਦਾ ਨਹੀਂ ਪਤਾ ਲੱਗਿਆ, ਸਾਨੂੰ ਆਪਣੀ ਤਾਕਤ ਦਾ ਹੀ ਨਹੀਂ ਪਤਾ ਲੱਗਿਆ। ਹਾਲੇ ਲੋਕਤੰਤਰ ਨਹੀਂ ਬਣਿਆ, ਹਾਲੇ ਰਾਜਤੰਤਰ ਹੀ ਚੱਲ ਰਿਹਾ, ਪੈਸਾ ਤੰਤਰ ਚੱਲ ਰਿਹਾ, ਗੁੰਡਾ ਤੰਤਰ ਚੱਲ ਰਿਹਾ। ਲੋਕਤੰਤਰ ਤਾਂ ਬਣਿਆ ਹੀ ਨਹੀਂ। ਜੇ ਲੋਕਤੰਤਰ ਬਣ ਜੇ ਤਾਂ ਉਦੋਂ ਹੀ ਬਦਲਾਅ ਆ ਜਾਊਗਾ। ਪਰ ਜਿਹੜੀ ਤਬਦੀਲੀ ਦੀ ਤੁਸੀਂ ਗੱਲ ਕਰਦੇ ਹੋ, ਕੀ ਗਰਾਊਂਡ ਤੇ ਇਸ਼ੂਜ਼ ਨੇ ਜਿਹੜੇ ਬਹੁਤ ਅਰਜੈਂਟਲੀ ਜਿਨ੍ਹਾਂ ਨੂੰ ਸਾਨੂੰ ਵਿਚਾਰਨਾ ਪੈਣਾ ਹੈ? ਕਿਹੜੇ ਇਸ਼ੂਜ਼ ਨੇ ਜਿਨ੍ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਕੰਮ ਹੋਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਸਿਮਰਨਜੋਤ ਜੀ, ਇੱਕ ਜਿਹੜਾ ਗਵਰਨੈਂਸ ਹੈ ਨਾ, ਉਹਦੇ ਲਈ ਤਾਂ ਆਪਾਂ ਨੂੰ ਫੰਡਸ ਨਹੀਂ ਚਾਹੀਦੇ।
ਆਪਾਂ ਇੱਕ ਚੰਗੀ ਗਵਰਨੈਂਸ ਵੀ ਨਹੀਂ ਦੇ ਪਾ ਰਹੇ। ਅਕਾਊਂਟੇਬਿਲਟੀ ਫਿਕਸ ਕਰਨੀ ਪੈਣੀ ਹੈ, ਟਰਾਂਸਪੇਰੈਂਸੀ ਲਿਆਣੀ ਪੈਣੀ ਹੈ। ਹੁਣ ਜਿੱਥੇ ਮਰਜ਼ੀ ਚਲ ਜਾਓ, ਡੀਸੀ ਸਾਹਿਬ ਕੋਲ ਚਲ ਜਾਓ, ਮਨ ਮਰਜ਼ੀ ਦੇ ਮਾਲਕ ਨੇ, ਐਸਐਚਓ ਕੋਲ ਚਲ ਜਾਓ, ਮਨ ਮਰਜ਼ੀ ਦੇ ਮਾਲਕ, ਜਦੋਂ ਉਹਨਾਂ ਦਾ ਮਨ ਕਰਨਾ ਉਹਨਾਂ ਨੇ ਉਦੋਂ ਕੰਮ ਕਰਨਾ ਹੈ। ਅਦਰਵਾਈਜ਼ ਕੋਈ ਅਕਾਊਂਟੇਬਿਲਟੀ ਨਹੀਂ ਹੈ। ਐਟਲੀਸਟ ਆਪਾਂ ਇੱਕ ਚੰਗਾ ਸਿਸਟਮ ਤਾਂ ਪ੍ਰੋਵਾਈਡ ਕਰ ਦਈਏ ਲੋਕਾਂ ਨੂੰ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਏ। ਬਾਕੀ ਜਿਹੜਾ ਸਾਡੇ ਪੰਜਾਬ ਤੇ ਕਰਜ਼ਾ ਚੜਿਆ ਹੋਇਆ ਪੌਣੇ 3 ਲੱਖ ਕਰੋੜ ਦਾ, ਉਹ ਠੀਕ ਹੈ, ਉਹਦੇ ਲਈ ਪਾਲਿਸੀ ਰਿਫਾਰਮਸ ਚਾਹੀਦੀਆਂ। ਉਹਨੂੰ ਮੈਂ ਨਹੀਂ ਕਹਿੰਦਾ ਕਿ ਉਹ ਅੱਜ ਹੀ ਖਤਮ ਹੋ ਜਾਊਗਾ ਕਰਜ਼ਾ, ਉਹਨੂੰ ਇੱਕ ਪਾਲਿਸੀਜ਼ ਲਿਆ ਕੇ, ਚੰਗੀਆਂ ਪਾਲਿਸੀਜ਼ ਲਿਆ ਕੇ ਹੌਲੀ ਹੌਲੀ ਕਰਜ਼ਾ ਲਾਇਆ ਜਾ ਸਕਦਾ। ਪਰ ਤੁਸੀਂ ਚੰਗਾ ਸਿਸਟਮ ਤਾਂ ਦੇ ਸਕਦੇ ਹੋ ਨਾ, ਉਹਦੇ ਲਈ ਤਾਂ ਚੰਗੀ ਲੀਡਰਸ਼ਿਪ ਚਾਹੀਦੀ ਹੈ, ਚੰਗੀ ਗਵਰਨੈਂਸ ਚਾਹੀਦੀ ਹੈ, ਵਿਲ ਪਾਵਰ ਚਾਹੀਦੀ ਹੈ ਨਾ। ਪੋਲੀਟੀਕਲ ਵਿਲ ਪਾਵਰ ਵੀ ਨਹੀਂ ਹੈਗੀ ਸਾਡੇ ਲੀਡਰਸ਼ਿਪ 'ਚ, ਕਿਉਂਕਿ ਇਹ ਮਾਫੀਆ ਰਾਜ ਆਪ ਚਲਾ ਰਹੇ ਨੇ, ਚਾਹੁੰਦੇ ਹੀ ਨਹੀਂ। ਬੇਸਿਕਲੀ ਸਾਡੀ ਜਿਹੜੀ ਇਹ ਲੀਡਰਸ਼ਿਪ ਹੈ ਨਾ, ਇਹ ਚਾਹੁੰਦੇ ਹੀ ਨਹੀਂ ਕਿ ਸਿਸਟਮ ਠੀਕ ਹੋ ਜੇ, ਕਿਉਂਕਿ ਫਿਰ ਫੋਨ ਕਲਚਰ ਬੰਦ ਹੋ ਜਾਊਗਾ। ਇਹ ਤਾਂ ਚਾਹੁੰਦੇ ਨੇ ਕਿ ਜਿਹੜਾ ਫੋਨ ਕਲਚਰ ਹੈ, ਲਿੰਕ ਕਲਚਰ ਹੈ, ਤੁਸੀਂ ਆਹ ਦੂਜੇ ਤੀਜੇ ਬੰਦੇ ਨੂੰ ਪੁੱਛ ਲਓ, ਕਹੂਗਾ ਭਾਜੀ ਮੇਰਾ ਫਲਾਣੇ ਬੰਦੇ ਨਾਲ ਲਿੰਕ ਆ, ਪ੍ਰਾਊਡ ਫੀਲ ਕਰਦੇ ਆ, ਮੇਰਾ ਫਲਾਣੇ ਐਮਐਲਏ ਨਾਲ ਲਿੰਕ ਆ, ਮੇਰਾ ਐਮਪੀ ਨਾਲ ਲਿੰਕ ਆ। ਕਿਉਂ ਲਿੰਕ ਆ? ਇਹ ਬੇਸਿਕਲੀ ਲਿੰਕ ਨਹੀਂ ਹੈ, ਗੁਲਾਮੀ ਦੀ ਨਿਸ਼ਾਨੀ ਹੈ। ਇਹਨਾਂ ਨੇ ਸਾਨੂੰ ਗੁਲਾਮ ਬਣਾ ਕੇ ਜਦੋਂ ਲੋਕ ਕਹਿੰਦੇ ਆ ਕਿ ਫਿਕਰ ਨਾ ਕਰ, ਆਪਣੀ ਸਰਕਾਰ ਆਉਣ ਵਾਲੀ ਹੈ, ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਘਾਤਕ ਇਹ ਲੋਕ ਨੇ ਜਿਹੜੇ ਕਹਿੰਦੇ ਆਪਣੀ ਸਰਕਾਰ ਆ ਰਹੀ ਹੈ। ਇਹ ਹੈ ਹੀ ਕੱਤ। ਹੁਣ ਅੱਜ ਕਾਂਗਰਸੀਆਂ ਨੂੰ ਪੁੱਛ ਲਓ, ਕਹੋਗੇ ਸਾਡੀ ਸਰਕਾਰ ਹੈ, ਅਕਾਲੀ ਕਹਿਣਗੇ ਸਾਡੀ ਸਰਕਾਰ ਆਉਣ ਵਾਲੀ ਹੈ। ਲੋਕਾਂ ਦੀ ਸਰਕਾਰ ਕਿੱਥੇ ਹੈ? ਆਮ ਪਬਲਿਕ ਤਾਂ ਰੁੱਲ ਜਾਂਦੀ ਹੈ। ਆਮ ਪਬਲਿਕ ਦੇ ਦੱਸੋ ਕਿਹੜੇ ਇਸ਼ੂ ਰਿਜ਼ੋਲਵ ਹੋਇਆ? ਗਰੀਬ ਤਾਂ ਹੋਰ ਗਰੀਬ ਹੋ ਗਿਆ। ਹੁਣ ਅੱਜ ਕਹਿੰਦੇ ਅਸੀਂ ਦਲਿਤ ਨੂੰ ਮੁੱਖ ਮੰਤਰੀ ਬਣਾ ਦਾਂਗੇ, ਇੱਕ ਪਾਰਟੀ ਨੇ ਕਿਹਾ ਕਿ ਅਸੀਂ ਦਲਿਤ ਨੂੰ ਉਪ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ। ਤੁਸੀਂ ਜਦੋਂ ਤੱਕ ਰਾਜ ਕੀਤਾ ਉਦੋਂ ਦਲਿਤਾਂ ਦੀ ਕਿਉਂ ਨਹੀਂ ਯਾਦ ਆਈ? ਉਦੋਂ ਗਰੀਬ ਕਿੱਥੇ ਸੀ? ਗਰੀਬ ਨੂੰ ਤਾਂ ਤੁਸੀਂ ਪੁੱਛਦੇ ਨਹੀਂ ਸਰਕਾਰ ਬਣਨ ਤੋਂ ਬਾਅਦ। ਜਦੋਂ ਵੋਟਾਂ ਲੈਣੀਆਂ ਉਦੋਂ ਗਰੀਬ ਦੇ ਘਰ ਜਾ ਕੇ ਰੋਟੀ ਵੀ ਖਾਣਗੇ, ਵੱਡੇ ਵੱਡੇ ਵਾਅਦੇ ਵੀ ਕਰਨਗੇ। ਹੁਣ ਜੁਮਲਾਬਾਜ਼ੀ ਦਾ ਦੌਰ ਖਤਮ ਹੋਊਗਾ, ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ। ਤੁਹਾਡੇ ਵਰਗੇ ਜਿਹੜੇ ਚੰਗੇ ਪੱਤਰਕਾਰ ਨੇ, ਤੁਸੀਂ ਵੀ ਤਾਂ ਲੋਕਾਂ ਨੂੰ ਜਾਗਰੂਕ ਕਰ ਹੀ ਰਹੇ ਹੋ, ਤੇ ਹੁਣ ਬਦਲਾਅ ਆਉਣ ਦੀ ਉਮੀਦ ਦਿਖ ਰਹੀ ਹੈ ਮੈਨੂੰ। ਜੇ ਤੁਹਾਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਾਇਆ ਜਾਵੇ, ਜਿਵੇਂ ਨਾਇਕ ਫਿਲਮ ਦੇ ਵਿੱਚ ਅਨਿਲ ਕਪੂਰ ਬਣੇ ਸੀ, ਹਾਂਜੀ, ਤਾਂ ਇੱਕ ਦਿਨ 'ਚ ਪਹਿਲੇ ਇੰਪੋਰਟੈਂਟ ਇਸ਼ੂਜ਼ ਕਿਹੜੇ ਐਡਰੈਸ ਕਰੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਸਰਕਾਰੀ ਢਾਂਚਾ ਹੈ ਨਾ, ਇਹਨਾਂ ਨੂੰ ਤਾਂ ਮਤਲਬ ਦੱਸਣ ਦੀ ਲੋੜ ਹੈ। ਪੁਲਿਸ ਮੁਲਾਜ਼ਮਾਂ ਨੂੰ ਤਾਂ ਆਪਣੀ ਵਰਦੀ ਦਾ ਮਤਲਬ ਹੀ ਨਹੀਂ ਪਤਾ। ਸਿਵਲ ਸਰਵੈਂਟਸ ਨੂੰ ਆਪਣੀ ਜਿਹੜੀ ਕੁਰਸੀ ਦਾ, ਉਹਨਾਂ ਨੂੰ ਅਹੁਦੇ ਦਾ ਮਤਲਬ ਹੀ ਨਹੀਂ ਪਤਾ। ਪਹਿਲੇ ਇੱਕ ਚੰਗਾ ਗਵਰਨੈਂਸ ਹੀ ਦੇ ਦਈਏ ਨਾ, ਇੱਕ ਦਿਨ 'ਚ ਸਿਸਟਮ ਚੰਗਾ ਦੇ ਦਈਏ, ਲੋਕਾਂ ਨੂੰ ਮਤਲਬ ਅਲਟੀਮੇਟਮ ਦੇ ਦਈਏ। ਜੇ ਕੋਈ ਵੀ ਅਫਸਰ ਤੁਹਾਨੂੰ ਹਰਾਸ ਵੀ ਕਰੂਗਾ ਨਾ, 2 ਘੰਟੇ ਵੀ ਵੇਟ ਕਰਾ ਕੇ ਉਹ ਅਫਸਰ ਉਸੇ ਵੇਲੇ ਸਸਪੈਂਡ। ਇਹ ਕਿਉਂ ਨਹੀਂ ਕੀਤਾ ਜਾ ਸਕਦਾ? ਇਹਦੇ ਲਈ ਤਾਂ ਇੱਕ ਨੋਟੀਫਿਕੇਸ਼ਨ ਚਾਹੀਦੀ ਹੈ, ਵਿਲ ਪਾਵਰ ਚਾਹੀਦੀ ਹੈ, ਤੇ ਉਹਦੇ ਹੀ ਲੋਕਾਂ ਨੂੰ ਥੋੜੀ ਆਸ ਹੋ ਜੂਗੀ ਕਿ ਠੀਕ ਹੈ, ਸਾਡੇ ਸਿਸਟਮ 'ਚ ਸੁਧਾਰ ਆਉਣਾ ਸ਼ੁਰੂ ਹੋ ਗਿਆ, ਸਾਡੀ ਹੁਣ ਕਦਰ ਪੈਣੀ ਸ਼ੁਰੂ ਹੋ ਗਈ। ਲੋਕਾਂ ਦੀ ਤਾਂ ਕਦਰ ਹੀ ਨਹੀਂ ਹੈਗੀ ਆਪਣੇ ਸਿਸਟਮ, ਲੋਕਾਂ ਨੂੰ ਤਾਂ ਰੋਲਿਆ ਜਾਂਦਾ, ਜਿਹਦੇ ਕਰਕੇ ਲੋਕਾਂ ਦੀ ਜਿਹੜੀ ਸੋਚ ਹੈ ਨਾ, ਸੋਚ ਦਾ ਦਾਇਰਾ ਵੱਧ ਹੀ ਨਹੀਂ ਰਿਹਾ, ਕਿਉਂਕਿ ਅਸੀਂ ਉਸੇ ਸੋਚ 'ਚ ਫਸੇ ਹੋਏ ਹਾਂ ਕਿ ਸ਼ਾਇਦ ਇੱਦਾਂ ਹੀ ਕੰਮ ਹੋਣੇ ਆ, ਲੀਡਰ ਨਾਲ ਲਿੰਕ ਰੱਖਾਂਗੇ ਤਾਂ ਸਾਡੇ ਕੰਮ ਹੋਣੇ ਆ। ਨਹੀਂ, ਸਾਨੂੰ ਇਸ ਸੋਚ ਤੋਂ ਬਾਹਰ ਨਿਕਲਣਾ ਪੈਣਾ, ਚੰਗੀ ਲੀਡਰਸ਼ਿਪ ਪਰਖਣਾ ਪੈਣਾ। ਮੈਨੂੰ ਇੱਕ ਗੱਲ ਦੱਸੋ, ਜਿਹੜੇ ਬੇਈਮਾਨ ਸਿਆਸਤਦਾਨ ਨੇ, ਇਹਨਾਂ ਨੇ ਜੇ ਠੱਗੀਆਂ ਮਾਰੀਆਂ, ਮਾਫੀਆ ਚਲਾਇਆ, ਉਹਨਾਂ ਨੇ ਤਾਂ ਆਪਣੀ ਅਗਲੀ ਪੀੜ੍ਹੀ ਲਈ ਪੈਸਾ ਬਣਾ ਲਿਆ। ਉਹ ਤਾਂ ਆਪਣੀ ਅਗਲੀ ਪੀੜ੍ਹੀ ਲਈ ਸੋਚ ਰਿਹਾ, ਆਪਣੀ ਅਗਲੀ ਪੀੜ੍ਹੀ ਨੂੰ ਸਰਕਾਰੀ ਅਹੁਦਿਆਂ ਤੇ ਫਿੱਟ ਵੀ ਕਰਾ ਗਏ। ਪਰ ਇੱਕ ਜਿਹੜਾ ਵੋਟਰ ਹੈ, ਉਹ ਅਗਲੀ ਪੀੜ੍ਹੀ ਨੂੰ ਸੋਚ ਕੇ ਵੋਟ ਕਿਉਂ ਨਹੀਂ ਪਾਉਂਦਾ? ਉਹ ਇਹ ਸੋਚ ਨਾਲ ਕਿਉਂ ਪਾਉਂਦਾ ਕਿ ਮੇਰਾ ਦਾਦਾ ਫਲਾਣੀ ਪਾਰਟੀ ਦਾ ਜਾਂ ਮੇਰਾ ਫਲਾਣੇ ਲੀਡਰ ਨਾਲ ਲਿੰਕ ਹੈ? ਅਗਲੀ ਪੀੜ੍ਹੀ ਲਈ ਤਾਂ ਸੋਚ ਲਓ। ਅੱਜ ਸਭ ਤੋਂ ਵੱਧ ਨਿਰਾਸ਼ ਕੌਣ ਹੈ? ਨੌਜਵਾਨ। ਇਸੇ ਗੱਲ ਕਰਕੇ ਨੌਜਵਾਨ ਕਹਿੰਦਾ ਮੈਂ ਇਸ ਮੁਲਕ 'ਚ ਰਹਿਣਾ ਹੀ ਨਹੀਂ ਚਾਹੁੰਦਾ, ਬਿਕੋਜ਼ ਦੇयर ਇਜ਼ ਨੋ ਸਿਸਟਮ। ਇੰਨਾ ਗੰਦਾ ਸਿਸਟਮ ਹੈ। ਅੱਜ ਹੀ ਤੁਸੀਂ ਦੇਖ ਲਓ, ਮਾਰੋ ਮਾਰ ਪੈ ਗਈ, ਕਰੋਨਾ ਮਹਾਮਾਰੀ ਆਈ, ਆਕਸੀਜਨ ਦੀ ਕਮੀ ਆ ਗਈ। ਅਸੀਂ ਟੈਕਸ ਭਰਦੇ ਰਹੇ ਹਾਂ, ਮਰਨ ਸਰਟੀਫਿਕੇਟ ਤੋਂ ਲੈ ਕੇ ਜਨਮ ਸਰਟੀਫਿਕੇਟ ਤੱਕ ਹੈ, ਹਰ ਚੀਜ਼ ਤੇ ਟੈਕਸ ਭਰਦੇ ਆ, ਪਰ ਉਹਦੇ ਬਦਲੇ ਅੱਜ ਸਾਨੂੰ ਸਾਹ ਲੈਣ ਨੂੰ ਨਹੀਂ ਮਿਲ ਰਹੇ। ਲੋਕ ਤਾਂ ਬੇਵਸ ਹੋ ਗਏ, ਲੋਕਾਂ ਨੂੰ ਤਾਂ ਇਹਨਾਂ ਨੇ ਮਰਨ ਦੇ ਹਾਲਾਤਾਂ ਛੱਡਤਾ। ਅੱਜ ਸਰਕਾਰ ਤੋਂ ਨਜ਼ਰ ਆ ਰਹੀ ਹੈ ਕਿੱਥੇ? ਦੱਸ ਦਿਓ ਮੈਨੂੰ ਕਿ ਆਹ ਸਰਕਾਰ ਨਜ਼ਰ ਆ ਰਹੀ ਹੈ। ਸਰਕਾਰ ਤਾਂ ਬੇਵਸ, ਬਸ ਮੀਡੀਆ ਚਾਹੁੰਦੇ ਆ 2-3 ਬਿਆਨ ਦੇ ਦਿੰਦੇ ਆ, ਤੇ ਇਹਨਾਂ ਨੂੰ ਲੱਗਦਾ ਕਿ ਮੀਡੀਆ 'ਚ ਆ ਕੇ ਬਿਆਨ ਦਿੱਤਾ ਤਾਂ ਸਾਡਾ ਕੰਮ ਹੋ ਗਿਆ, ਤਿਆਰੀ ਹੋ ਗਈ। ਤਿਆਰੀ ਤਾਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ, ਸਿਵਲ ਹਸਪੀਟਲ ਦੇ ਬਾਹਰ ਜਾ ਕੇ ਦੇਖੋ, ਦਿਲ ਰੋਂਦਾ ਸਿਮਰਨਜੋਤ ਜੀ। ਉੱਥੇ ਗਰੀਬ ਨੂੰ ਬੈੱਡ ਨਹੀਂ ਮਿਲਦਾ, ਜੇ ਬੈੱਡ ਮਿਲ ਜਾਂਦਾ ਵੈਂਟੀਲੇਟਰ ਹੀ ਨਹੀਂ ਚੱਲਦਾ। ਇਹ ਤਾਂ ਹਾਲਾਤ ਨੇ, ਆਮ ਲੋਕਾਂ ਦੀ ਵੈਲਿਊ ਹੀ ਨਹੀਂ ਹੈ ਇੱਥੇ, ਜਾਨਾਂ ਦੀ ਕੋਈ ਪਰਵਾਹ ਨਹੀਂ। ਤਸਵੀਰ ਨੂੰ ਬਦਲਣ 'ਚ ਨੌਜਵਾਨ ਦਾ ਵਿਜ਼ਨ ਹੋਣਾ ਕੀ ਚਾਹੀਦਾ ਹੈ? ਨੌਜਵਾਨ ਤੁਸੀਂ ਕਹਿ ਰਹੇ ਹੋ ਬਾਹਰ ਜਾ ਰਿਹਾ ਹੈ, ਇੰਨੇ ਵੱਡੇ ਪੱਧਰ ਤੇ ਮਾਈਗ੍ਰੇਸ਼ਨ ਹੋ ਰਿਹਾ ਹੈ, ਬਿਲਕੁਲ ਸਾਨੂੰ ਇਹ ਡਰ ਪੈ ਗਿਆ ਕਿ ਆਉਣ ਵਾਲੇ ਸਮਿਆਂ 'ਚ ਸਾਡੇ ਕਾਲਜ ਆਲਰੇਡੀ ਬੰਦ ਹੋ ਗਏ ਹੈ। ਬਿਲਕੁਲ, ਬਹੁਤ ਸਾਰੇ ਕਾਲਜ ਬੰਦ ਹੋਣ ਦੀ ਕਗਾਰ ਤੇ, ਬਹੁਤ ਸਾਰੇ ਬੰਦ ਹੋ ਗਏ। ਜਦੋਂ ਤੁਸੀਂ ਤੇ ਮੈਂ ਕਾਲਜ ਜਾਂਦੇ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਉਦੋਂ ਰੌਣਕਾਂ ਹੁੰਦੀਆਂ ਸੀ। ਹੁਣ ਕਾਲਜ 'ਚ ਐਡਮਿਸ਼ਨਾਂ ਲਈ ਤਰਸ ਰਹੇ ਕਾਲਜ। ਹਾਂਜੀ, ਤਾਂ ਜਿਹੜਾ ਇੱਥੇ ਰਹਿ ਗਿਆ ਨੌਜਵਾਨ, ਉਹਨੂੰ ਹੋਪ ਕਿਵੇਂ ਦਿਓਗੇ? ਉਹਨੂੰ ਵਿਜ਼ਨ ਕਿਵੇਂ ਦਿਓਗੇ? ਉਹ ਕੀ ਵਿਜ਼ਨ ਰੱਖੇ ਕਿ ਉਹ ਇੱਥੇ ਰਵੇ? ਪਹਿਲਾਂ ਤਾਂ ਦੇਖੋ, ਇਹ ਜਿਹੜੀ ਉਮੀਦ ਹੈ ਨਾ, ਇਹ ਤਾਂ ਪਹਿਲੇ ਉਹਨਾਂ ਦੇ ਮਾਪਿਆਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਉਹਨਾਂ ਕਰਕੇ ਸਾਡਾ ਭਵਿੱਖ ਰੋਲਿਆ। ਸਾਡਾ ਭਵਿੱਖ ਜੇ ਹਨੇਰੇ 'ਚ ਆ ਨਾ, ਜਿਹੜੇ ਸਾਡੇ ਲੋਕਾਂ ਨੇ ਬੇਈਮਾਨ ਸਿਆਸਤਦਾਨਾਂ ਨੂੰ ਕੁਰਸੀ ਤੇ ਬਿਠਾਉਂਦੇ ਰਹੇ ਨਾ, ਜਿਹਦੇ ਕਰਕੇ ਅੱਜ ਨੌਜਵਾਨ ਮਜਬੂਰ ਹੋ ਗਿਆ, ਕਹਿੰਦਾ ਇੱਥੇ ਤਾਂ ਮੈਨੂੰ ਭਵਿੱਖ ਹੀ ਨਹੀਂ ਨਜ਼ਰ ਆ ਰਿਹਾ। ਅੱਜ ਨੌਜਵਾਨ, ਤੁਸੀਂ ਕਿਸੇ ਨੌਜਵਾਨ ਨੂੰ ਮਿਲੋ,
ਉਹ ਕਹਿੰਦਾ ਮੈਂ ਮਾਸਟਰਸ ਕੀਤੀ ਹੋਈ ਆ, PhD ਕੀਤੀ ਹੋਈ ਆ, ਪਰ ਕਹਿੰਦਾ ਮੈਨੂੰ ਨਹੀਂ ਪਤਾ ਇੱਥੇ ਮੈਨੂੰ ਨੌਕਰੀ ਮਿਲਣੀ ਆ ਜਾਂ ਨਹੀਂ ਮਿਲਣੀ। ਤੇ ਇਹ ਹਾਲਾਤਾਂ ਨੂੰ ਦੇਖਦੇ ਪੇਰੈਂਟਸ ਵੀ ਮਜਬੂਰ ਹੋ ਗਏ ਕਿ ਜੇ ਸਾਡਾ ਨੌਜਵਾਨ ਇੱਥੇ ਰਹੇ ਇਹਨੇ ਡਿਪਰੈਸ਼ਨ ਨਾਲ ਮਰ ਜਾਣਾ, ਇਸ ਤੋਂ ਚੰਗਾ ਇਹਨੂੰ ਬਾਹਰ ਭੇਜ ਦਿਓ, ਜ਼ਮੀਨ ਜਾਇਦਾਦ ਵੇਚ ਕੇ ਇਹਨੂੰ ਬਾਹਰ ਭੇਜ ਦਿਓ, ਐਟਲੀਸਟ ਉੱਥੇ ਚੰਗਾ ਸਿਸਟਮ ਤਾਂ ਹੈ, ਇਨਸਾਨੀਅਤ ਦੀ ਕਦਰ ਤਾਂ ਹੈ। ਇੱਥੇ ਤਾਂ ਇਨਸਾਨੀਅਤ ਦੀ ਕਦਰ ਹੀ ਨਹੀਂ ਹੈ। ਪਰ ਮੈਂ ਦੂਜੇ ਪੱਖ ਤੋਂ ਸੋਚਿਆ ਸਿਮਰਨਜੋਤ ਜੀ, ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਦਿੱਤੀਆਂ, ਠੀਕ ਆ, ਆਪਣੇ ਲਹੂ ਡੋਲ ਤੇ ਗੋਰਿਆਂ ਤੋਂ ਆਜ਼ਾਦੀ ਲੈਣ ਲਈ, ਠੀਕ ਹੈ ਨਾ। ਪਰ ਅੱਜ ਦੇਖੋ ਇਹ ਹਾਲਾਤ ਬਣਾਤੇ ਸਾਡੇ ਬੇਈਮਾਨ ਸਿਆਸਤਦਾਨਾਂ ਨੇ ਕਿ ਅਸੀਂ ਅੱਜ ਦੁਬਾਰਾ ਗੋਰਿਆਂ ਕੋਲ ਜਾਣ ਲਈ ਮਜਬੂਰ ਹੋ ਗਏ, ਉਹਨਾਂ ਕੋਲ ਗੁਲਾਮ ਬਣਨ ਲਈ ਮਜਬੂਰ ਹੋ ਗਏ। ਦੇਖੋ ਇਹਨਾਂ ਨੇ ਗੋਰਿਆਂ ਨਾਲੋਂ ਵੀ ਮਾੜੇ ਹਾਲਾਤ ਬਣਾਤੇ ਅੱਜ ਦੇ ਦਿਨ, ਤੇ ਇਹ ਦੁੱਖ ਲੱਗਦਾ। ਹੁਣ ਲੋੜ ਹੈ, ਦੇਖੋ ਸਾਰਿਆਂ ਨੂੰ ਮੈਦਾਨ 'ਚ ਆਉਣਾ ਚਾਹੀਦਾ। ਮੈਂ ਨੌਜਵਾਨ ਨੂੰ ਇਹ ਕਹੂੰਗਾ, ਜੇ ਤੁਸੀਂ ਬਦਲਾਵ ਲਿਆਉਣਾ ਚਾਹੁੰਦੇ ਹੋ, ਆਓ ਪੋਲੀਟਿਕਸ, ਲੀਡਰ ਬਣੋ, ਵਰਕਰ ਕੋ ਬਣ ਕੇ ਰਹਿ ਜਾਂਦੇ ਹੋ। ਇਹ ਜਿਹੜੇ ਪੋਲੀਟੀਕਲ ਪਾਰਟੀਆਂ ਆ ਨਾ, ਇਹ ਨੌਜਵਾਨਾਂ ਨੂੰ ਐਜ਼ ਅ ਟੂਲ ਵਰਤਦੇ ਆ, ਇਕੱਠ ਕਰਨ ਲਈ, ਹਨਾ, ਲਾਲਚ ਦੇ ਕੇ ਸਿਰਫ ਵਰਤਦੇ ਆ, ਪਰ ਨੌਜਵਾਨਾਂ ਨੂੰ ਅੱਜ ਤੱਕ ਹੱਕ ਨਹੀਂ ਮਿਲੇ। ਜੇ ਨੌਜਵਾਨਾਂ ਨੂੰ ਹੱਕ ਲੈਣੇ ਪੈਣੇ ਤੇ ਮੈਦਾਨ 'ਚ ਆਉਣਾ ਪੈਣਾ ਉਹਦੇ ਲਈ। ਕੀ ਇਹ ਵੀ ਪੋਸਿਬਿਲਿਟੀ ਹੈ ਕਿ ਪੰਜਾਬ 'ਚ ਇਕੱਲੇ ਨੌਜਵਾਨ ਮੂਹਰੇ ਆਉਣ ਔਰ ਉਹ ਦਾਅਵਾ ਪੇਸ਼ ਕਰਨ ਇਸ ਵਾਰ, ਜਿਵੇਂ ਕਿਸਾਨ ਐਜੀਟੇਸ਼ਨ ਬਹੁਤ ਵੱਡੇ ਪੱਧਰ ਤੇ ਹੋਇਆ, ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਇੱਕ ਵੇਵ ਰਹੀ। ਹਾਂਜੀ, ਕੀ ਤੁਹਾਨੂੰ ਲੱਗਦਾ ਜਿਵੇਂ ਅਸਾਮ 'ਚ ਕਿ ਇੱਕ ਵਾਰੀ ਸਟੂਡੈਂਟਸ ਨੇ ਸਰਕਾਰ ਬਣਾ ਲਈ ਸੀ ਕਿਹਾ ਜਾਂਦਾ, ਉਸ ਤਰ੍ਹਾਂ ਦਾ ਕੁਝ ਪੰਜਾਬ 'ਚ ਤਬਦੀਲੀ ਆ ਸਕਦੀ ਹੈ ਕਿ ਲੋਕ ਐਕਸੈਪਟ ਕਰਨਗੇ ਕਿ ਇਕੱਲੇ ਨੌਜਵਾਨ ਮੂਹਰੇ ਆਉਣ ਔਰ ਉਹ ਕਹਿਣ ਕਿ ਅਸੀਂ ਲੀਡ ਕਰਕੇ ਦਿਖਾਵਾਂਗੇ? ਸਿਮਰਨਜੋਤ ਜੀ ਦੇਖੋ ਕੋਸ਼ਿਸ਼ ਕੀਤੀ ਜਾ ਸਕਦੀ ਆ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਲੋਕੀ ਗੱਲਾਂ ਤਾਂ ਕਰ ਦਿੰਦੇ ਆ ਸਪੋਰਟਸ 'ਚ, ਪਰ ਜਦੋਂ ਪ੍ਰੈਕਟੀਕਲ ਸਪੋਰਟ ਕਰਨ ਦੀ ਲੋੜ ਆਉਂਦੀ ਆ ਉਦੋਂ ਪਿੱਛੇ ਹਟ ਜਾਂਦੇ। ਧੜੇਬਾਜ਼ੀਆਂ ਤੋਂ ਬਾਹਰ ਨਹੀਂ ਆ ਸਕਦੇ ਲੋਕ, ਇਹ ਕਹਿ ਰਹੇ ਹੋ ਕਿਉਂਕਿ ਕਿ ਲੋਕ ਜ਼ਿੰਮੇਦਾਰ ਨੇ ਇਸ ਗੱਲ ਦੇ ਕਿ ਉਹ ਖੁਦ ਆਪ ਆਪਣੇ ਪੈਰ ਤੇ ਕੁਲਾੜੀ ਮਾਰ ਰਹੇ ਨੇ। ਅੱਜ ਜੋ ਹਾਲਾਤ ਬਣੇ, ਆਪਾਂ ਸਰਕਾਰਾਂ ਤੇ ਕਿਉਂ ਐਲੀਗੇਸ਼ਨ ਲਾਈਏ? ਸਰਕਾਰਾਂ ਨੂੰ ਬਣਾਉਣ ਵਾਲੇ ਤਾਂ ਸਾਡੇ ਲੋਕ ਹੀ ਨੇ ਨਾ। ਪਹਿਲੇ ਤਾਂ ਸਾਨੂੰ ਆਪਣੀ ਵੋਟ ਦੀ ਵੈਲਿਊ ਸਮਝਣ ਦੀ ਲੋੜ ਹੈ, ਇੱਕ ਪਾਠ ਪੜ੍ਹਾਉਣ ਦੀ ਲੋੜ ਹੈ ਕਿ ਯੂ ਸ਼ੁੱਡ ਬੀ ਅ ਗੁੱਡ ਵੋਟਰ। ਜੇ ਤੁਸੀਂ ਨੌਜਵਾਨਾਂ ਦਾ ਭਵਿੱਖ ਬਚਾਉਣਾ ਤੇ ਤੁਹਾਨੂੰ ਇੱਕ ਚੰਗੇ ਵੋਟਰ ਬਣਨ ਦੀ ਲੋੜ ਹੈ। ਆਪਾਂ ਹਲੇ ਚੰਗੇ ਵੋਟਰ ਨਹੀਂ ਬਣੇ, ਅਸੀਂ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਆ। ਅਸੀਂ ਜ਼ਮੀਰਾਂ ਦੀ ਵੈਲਿਊ ਬਹੁਤ ਸਸਤੀ ਰੱਖ ਲਈ ਆ, ਸ਼ਰਾਬ ਪਿੱਛੇ, ਪੈਸੇ ਪਿੱਛੇ ਹੀ ਜ਼ਮੀਰਾਂ ਵੇਚੀ ਜਾਂਦੇ, ਤਾਂ ਕਿਵੇਂ ਨੌਜਵਾਨ ਦਾ ਭਵਿੱਖ ਬਚ ਜਾਊਗਾ? ਜੇ ਕੋਈ ਨੌਜਵਾਨ ਆਊਗਾ, ਸਪੋਜ਼ ਆਂਦਾ ਮੈਦਾਨ 'ਚ ਆਂਦਾ, ਲੋਕਾਂ ਨੇ ਕਹਿਣਾ ਛੱਡ ਯਾਰ ਇਹ ਵੀ ਗੱਲਾਂ ਜੁਗ ਗਈ ਆ, ਇਹਦੇ ਪੱਲੇ ਕੀ ਹੈਗਾ? ਕਿਉਂਕਿ ਇੱਥੇ ਨਾ ਇੱਕ ਇੰਪੈਕਟ ਵਾਲੀ ਪਾਲਿਸੀ ਚੱਲਦੀ ਹੈ ਕਿ ਜਿਹੜਾ ਵੱਧ ਤੋਂ ਵੱਧ ਇੰਪੈਕਟ ਪਾ ਸਕੇ, ਇਕੱਠ ਕਰ ਸਕੇ। ਹੁਣ ਜਿਹੜਾ ਨੌਜਵਾਨ ਆਊਗਾ ਉਹ ਪੈਸਾ ਤਾਂ ਖਰਚਾ ਕਰ ਨਹੀਂ ਸਕਦਾ, ਉਹ ਕਿਵੇਂ ਇਕੱਠ ਕਰ ਲੂਗਾ? ਲੋਕਾਂ ਨੇ ਕਹਿਣਾ ਅੱਛਾ ਇਕੱਠ ਨਹੀਂ ਕਰ ਪਾਇਆ, ਇਹਦੇ ਮਗਰ ਬੰਦਾ ਹੀ ਨਹੀਂ ਹੈਗਾ, ਛੱਡੋ ਯਾਰ ਇਹਨੂੰ ਵੋਟ ਪਾਵਾਂਗੇ ਤਾਂ ਵੋਟ ਵੇਸਟ ਹੋ ਜੂਗੀ। ਇਹਦੇ ਨਾਲੋਂ ਮਤਲਬ ਇਹ ਜਿਹੜਾ ਇੱਕ ਸਿਨੈਰੀਓ ਬਣ ਜਾਂਦਾ ਨਾ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਕੋਲ ਦੇਖੋ ਮਸਲ ਪਾਵਰ ਹੀ ਆ, ਪੈਸਾ ਪਾਵਰ ਹੀ ਆ। ਇਹਨਾਂ ਨੇ ਜਦੋਂ ਮੀਡੀਆ 'ਚ ਪ੍ਰਚਾਰ ਇਹ ਚਲਾਤਾ ਨਾ, ਦੇयर ਇਜ਼ ਅ ਕੰਪੀਟੀਸ਼ਨ ਬਿਟਵੀਨ ਓਨਲੀ 2 ਪਾਰਟੀਜ਼, ਲੋਕਾਂ ਨੇ ਕਹਿਣਾ ਯਾਰ ਜੇ ਤੀਜੇ ਬੰਦੇ ਨੂੰ ਵੋਟ ਪਾਤੀ ਨਾ ਤਾਂ ਸਾਡੀ ਵੋਟ ਬਰਬਾਦ ਹੋ ਜਾਣੀ ਆ, ਜਦ ਕਿ ਉਹ ਗਲਤ ਬੰਦੇ ਨੂੰ ਵੋਟ ਪਾ ਕੇ ਆਪਣੀ ਵੋਟ ਬਰਬਾਦ ਕਰ ਰਿਹਾ ਤੇ ਨੌਜਵਾਨਾਂ ਦਾ ਭਵਿੱਖ ਵੀ ਬਰਬਾਦ ਕਰ ਰਿਹਾ। ਇਹ ਚੀਜ਼ ਸਾਨੂੰ ਸੋਚਣ ਦੀ ਲੋੜ ਹੈ। ਇਸ਼ੂਜ਼ ਕਿਹੜੇ ਨੇ ਜਿਹੜੇ ਇਸ਼ੂਜ਼ ਤੁਰੰਤ ਤੁਸੀਂ ਐਡਰੈਸ ਕਰੋਗੇ, ਜਾਂ ਤੁਹਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਆ ਇਸ਼ੂਜ਼ ਨੇ ਜਿਨ੍ਹਾਂ ਨੂੰ ਸਰਕਾਰ ਇਗਨੋਰ ਕਰਦੀ ਹੈ, ਜਿਨ੍ਹਾਂ ਵੱਲ ਧਿਆਨ ਨਹੀਂ ਦਿੰਦੀ? ਦੇਖੋ ਸਭ ਤੋਂ ਪਹਿਲਾਂ ਤਾਂ ਨੌਜਵਾਨ ਦਾ ਇਸ਼ੂ ਹੈਗਾ ਕਿ ਜਿਹੜਾ ਬੇਰੁਜ਼ਗਾਰੀ ਬਹੁਤ ਵੱਧ ਗਈ ਆ। ਅੱਜ ਨੌਜਵਾਨ ਜੇ ਪੜ੍ਹ ਲਿਖ ਰਿਹਾ ਨਾ, ਉਹਨੂੰ ਬੇਸਿਕਲੀ ਪਤਾ ਹੀ ਨਹੀਂ ਕਿ ਜੇ ਮੈਂ ਡਿਗਰੀ ਲੈ ਵੀ ਲੈਣਾ, ਇੰਜੀਨੀਅਰਿੰਗ ਕਰ ਲੈਣਾ ਜਾਂ MBA ਕਰ ਰਿਹਾ, ਮਾਸਟਰਸ ਕਰ ਰਿਹਾ, ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿ ਮੇਰਾ ਅੱਗੇ ਭਵਿੱਖ ਕੀ ਹੈ, ਮੈਂ ਕਿਹੜੇ ਰਾਹ ਤੇ ਜਾਣਾ, ਬਿਕੋਜ਼ देयर इज़ नो ਆਪਸ਼ਨ। ਇਹਨਾਂ ਨੇ ਕੋਈ ਆਪਸ਼ਨ ਹੀ ਨਹੀਂ ਛੱਡਿਆ, ਕਿਉਂਕਿ ਜੇ ਕੋਈ ਪੋਸਟਾਂ ਖਾਲੀ ਹੁੰਦੀ ਉਹ ਸਰਕਾਰੀ ਬੰਦੇ ਆਪਣੇ ਰਿਸ਼ਤੇਦਾਰ ਦੇ ਬੱਚੇ ਜਾਂ ਆਪਣੇ ਬੱਚੇ ਫਿੱਟ ਕਰਾ ਜਾਂਦੇ। ਜਿਹੜਾ ਆਮ ਘਰ ਦਾ ਬੱਚਾ ਹੈ, ਗਰੀਬ ਦਾ ਬੱਚਾ ਹੈ, ਉਹ ਤਾਂ ਵਿਚਾਰਾ ਉੱਧੇ ਰੁਲਦਾ ਰਹਿ ਜਾਂਦਾ। ਹੁਣ ਮੈਂ ਸਿਮਰਨਜੋਤ ਜੀ ਇਸ ਮੌਕੇ ਤੇ ਇੱਕ ਕੇਸ ਦੱਸਦਾ। ਇੱਕ ਆਟੋ ਵਾਲਾ ਮੈਨੂੰ ਮਿਲਿਆ, ਕਹਿੰਦਾ ਮੈਂ ਨਾ ਸਾਰੀ ਉਮਰ ਮਿਹਨਤ ਕਰਕੇ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਲਿਖਾਇਆ, ਤੇ ਕਹਿੰਦਾ ਜਦੋਂ ਉਹਨੇ ਮਾਸਟਰਸ ਕਰ ਲਈ ਨਾ, ਤੇ ਕਹਿੰਦਾ ਜਦੋਂ ਨੌਕਰੀ ਲੈਣ ਲਈ ਗਿਆ, ਕਹਿੰਦਾ ਉਹਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਉਹਦੇ ਕੋਲ ਸਿਫਾਰਿਸ਼ ਨਹੀਂ ਸੀ। ਕਹਿੰਦਾ ਨੰਬਰ ਵਾਈਜ਼, ਇੰਟਰਵਿਊ ਵਾਈਜ਼ ਨੰਬਰ 1 ਤੇ ਸੀ, ਸਿਰਫ ਮਾਰ ਕਿੱਥੋਂ ਖਾ ਗਿਆ ਕਿ ਉਹਦੇ ਕੋਲ ਸਿਫਾਰਿਸ਼ ਨਹੀਂ ਸੀ। ਕਹਿੰਦਾ ਸਰਦਾਰ ਜੀ ਦੱਸੋ ਮੈਂ ਕੀ ਕਰਾਂ? ਕਹਿੰਦਾ ਮੈਂ ਮਿਹਨਤ ਕਰਕੇ ਦਿਹਾੜੀ ਵਾਲਾ ਕੰਮ ਕਰਕੇ ਮੈਂ ਸਿਰਫ ਬੱਚੇ ਨੂੰ ਪੜ੍ਹਾ ਸਕਦੇ। ਕਹਿੰਦਾ ਹੁਣ ਮੈਂ ਇਸ ਤੋਂ ਇਲਾਵਾ ਹੁਣ ਲੀਡਰਾਂ ਦੀਆਂ ਜੁੱਤੀਆਂ ਚੱਟਦਾ ਕਿ ਲੀਡਰਾਂ ਦੀ ਜੀ ਹਜ਼ੂਰੀ ਕਰਦਾ, ਉਹ ਸਿਫਾਰਿਸ਼ ਲੱਭਦਾ। ਕਹਿੰਦਾ ਇਹ ਤਾਂ ਸਾਡਾ ਸਿਸਟਮ ਹੈ। ਕਹਿੰਦਾ ਹੁਣ ਮੇਰਾ ਨੌਜਵਾਨ ਡਿਪਰੈਸ਼ਨ 'ਚ ਬੈਠਾ, ਕਹਿੰਦਾ ਦੱਸੋ ਹੁਣ ਕੀ ਕਰਾਂ? ਕਹਿੰਦਾ ਹੁਣ ਮੈਂ ਆਪਣੇ ਵਾਂਗ ਉਹਨੂੰ ਵੀ ਆਟੋ ਚਲਾਉਣ ਤੇ ਲਾਦਾ, ਇੰਨਾ ਪੜ੍ਹਾ ਲਿਖਾ ਕੇ, ਕਹਿੰਦਾ ਮਸਾ ਤਾਂ ਪੜ੍ਹਾਇਆ ਲਿਖਿਆ। ਇਹ ਸਿਸਟਮ ਹੈ, ਇਹ ਸਿਸਟਮ ਬਣ ਚੁੱਕਾ ਹੈ। ਇਹ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਕਿ ਕ੍ਰੈਡੀਬਿਲਿਟੀ ਨੂੰ ਸਪੋਰਟ ਹੋਵੇ ਪੂਰੀ। ਕੀ ਨੌਜਵਾਨ ਜਦੋਂ ਸਕੂਲ 'ਚ ਹੈ ਤਾਂ ਉਹਦੇ ਹੁਣ ਦਿਮਾਗ 'ਚ ਇਹ ਗੱਲ ਬੈਠ ਗਈ ਹੈ ਵੀ ਮੈਂ +2 ਕਰਨਾ ਔਰ ਬਾਹਰ ਚਲਾ ਜਾਣਾ, ਉਸ ਤੋਂ ਇਲਾਵਾ ਸੋਚ ਹੀ ਨਹੀਂ ਰਿਹਾ? ਇਹ ਬੇਸਿਕਲੀ ਜਿਹੜੇ ਰਵਾਇਤੀ ਲੀਡਰ ਨੇ ਇਹ ਚਾਹੁੰਦੇ ਆ ਕਿ ਨੌਜਵਾਨ ਇੱਥੇ ਰਵੇ ਹੀ ਨਾ, ਕਿਉਂਕਿ ਨੌਜਵਾਨ ਨਾ ਰੀੜ੍ਹ ਦੀ ਹੱਡੀ ਹੁੰਦਾ ਕਿਸੇ ਵੀ ਸੂਬੇ ਦਾ।
ਤੇ ਉਹਨਾਂ ਨੂੰ ਪਤਾ ਜੇ ਸਾਡੇ ਨਾਲ ਟਾਕਰਾ ਲੈ ਸਕਦਾ, ਸਾਡੇ ਨਾਲ ਲੜਾਈ ਲੜ ਸਕਦਾ, ਤਾਂ ਨੌਜਵਾਨਾਂ ਕਹਿੰਦੇ ਪਹਿਲੀ ਨੌਜਵਾਨ ਨੂੰ ਬਾਹਰ ਭੇਜ ਦਿਓ। ਪੁਰਾਣਿਆਂ ਨੂੰ ਤਾਂ ਅਸੀਂ ਉੱਦਾਂ ਹੀ ਮਾਨਸਿਕਤਾ ਨਾਲ ਫਿੱਟ ਕੀਤਾ ਹੀ ਹੋਇਆ, ਦਾਰੂ ਦੇ ਕੇ ਪੈਸਾ ਦੇ ਕੇ ਵੋਟਾਂ ਲਈ ਜੋ ਰਾਜ ਕਰੀ ਚਲੋ। ਉਹ ਚਾਹੁੰਦੇ ਹੀ ਨਹੀਂ, ਇਹ ਬੇਸਿਕਲੀ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਕਿ ਨੌਜਵਾਨ ਇੱਥੇ ਰਹਿ, ਜਿਹਦੇ ਕਰਕੇ ਤੁਸੀਂ ਕਹਿ ਲਓ ਕਿ ਮਾਰਕੀਟਿੰਗ ਕੀਤੀ ਜਾ ਰਹੀ ਕਿ ਨੌਜਵਾਨ ਆ ਸੂਬਾ ਛੱਡ ਕੇ ਦੇ ਛੱਡ ਕੇ ਬਾਹਰ ਚੱਲ ਜੇ। ਆਖਰ ਦੇ ਵਿੱਚ ਚੀਜ਼ਾਂ ਦਾ ਹੱਲ ਕਿਵੇਂ ਹੋਊਗਾ ਜਦੋਂ ਅਸੀਂ ਇੰਨੀ ਕੰਪਲਿਕੇਸ਼ਨਸ 'ਚ ਆ ਗਏ? ਸਾਨੂੰ ਲੱਗਦਾ ਹੈ ਕਿ ਸਿਆਸਤ ਡਰਟੀ ਹੈ। ਤੁਸੀਂ ਕਹਿ ਰਹੇ ਹੋ ਕਿ ਲੋਕ ਸਮਝਣ ਨੂੰ ਤਿਆਰ ਨਹੀਂ ਹੈ, ਲੋਕ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਆ ਰਹੇ, ਇੰਪਲੋਇਮੈਂਟ ਵਰਗੇ ਇਸ਼ੂਜ਼ ਦੇ ਉੱਤੇ ਗੱਲਬਾਤ ਨਹੀਂ ਹੁੰਦੀ। ਕੀ ਮਾਪਿਓ ਦਾ ਵੀ ਕਸੂਰ ਸਮਝਦੇ ਹੋ ਕਿ ਮਾਪਿਓ ਕਮਿਊਨੀਕੇਸ਼ਨ ਨਹੀਂ ਕਰ ਰਿਹਾ ਨੌਜਵਾਨਾਂ ਨਾਲ, ਜਾਂ ਉਹਨਾਂ ਨੂੰ ਇੰਨੀ ਲਿਬਰਟੀ ਨਹੀਂ ਮਿਲ ਰਹੀ, ਉਹ ਸਪੇਸ ਨਹੀਂ ਮਿਲ ਰਿਹਾ ਕਿ ਉਹ ਆਪਦੀ ਗੱਲ ਰੱਖ ਸਕਣ ਆ ਕੇ? ਦੇਖੋ ਇਹਦੇ ਇੱਕੋ ਹੀ ਹੱਲ ਹੈ, ਜਦੋਂ ਆਪਾਂ ਚੰਗੇ ਵੋਟਰ ਬਣ ਗਏ ਨਾ ਸਿਮਰਨਜੋਤ ਜੀ। ਹੁਣ ਅੱਜ ਪੇਰੈਂਟਸ ਵੀ ਖੁਸ਼ ਨਹੀਂ ਹੈਗੇ ਜੋ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਨਾ, ਤੇ ਉਹਨਾਂ ਦੇ ਘਰ ਵੀ ਨਿਰਾਸ਼ਾ ਹੀ ਆ, ਮਾਯੂਸੀ ਆ, ਉਹ ਵੀ ਦੁਖੀ ਬੈਠੇ ਨੇ ਕਿ ਕਿਉਂਕਿ ਦੇਖੋ ਜਦੋਂ ਪਰਿਵਾਰ ਦਾ ਕੋਈ ਜੀਅ ਚਲੇ ਜਾਂਦਾ ਨਾ ਬਾਹਰ, ਤੇ ਉਹ ਪਰਿਵਾਰ 'ਚ ਖੁਸ਼ੀ ਨਹੀਂ ਰਹਿੰਦੀ, ਸਿਰਫ ਮਜਬੂਰੀਆਂ ਹੀ ਰਹਿ ਜਾਂਦੀਆਂ, ਤੇ ਪੇਰੈਂਟਸ ਵੀ ਖੁਸ਼ ਨਹੀਂ ਹੈਗੇ। ਪਰ ਆਪਾਂ ਨੂੰ ਇਹ ਸੋਚਣ ਦੀ ਲੋੜ ਹੈ ਇਹਦਾ ਜ਼ਿੰਮੇਵਾਰ ਕੌਣ ਹੈ। ਆਪਾਂ ਸਰਕਾਰਾਂ ਤੇ ਤਾਂ ਟੈਗ ਲਾਈ ਜਾਂਦੇ ਆ, ਗਾਲਾਂ ਕੱਢੀ ਜਾਂਦੇ ਆ ਜੀ, ਇੰਨੇ ਸਾਨੂੰ ਲੁੱਟ ਲਿਆ, ਇੰਨੇ ਸਾਨੂੰ ਕਰਜ਼ਾਈ ਕਰਤਾ, ਇੰਨੇ ਇੰਨਾ ਮਾੜਾ ਸਿਸਟਮ ਦੇਤਾ, ਪਰ ਤੁਸੀਂ ਬਾਰ-ਬਾਰ ਵੋਟਾਂ ਵੀ ਤਾਂ ਉਹਨਾਂ ਨੂੰ ਪਾ ਰਹੇ ਹੋ। ਜਾਂ ਤਾਂ ਬਦਲਾਵ ਲੈ ਕੇ ਆਓ, ਬਦਲਾਵ ਤਾਂ ਲੋਕਾਂ ਨੇ ਲੈ ਕੇ ਆਉਣਾ ਨਾ। ਸਭ ਤੋਂ ਵੱਡੀ ਤਾਕਤ ਹੈ ਲੋਕਤੰਤਰ 'ਚ ਲੋਕਾਂ ਦੀ ਵੋਟ। ਜਿਸ ਦਿਨ ਆਪਾਂ ਜਾਗਰੂਕ ਹੋ ਗਏ ਨਾ, ਆਪਣੀ ਵੋਟ ਦੀ ਵੈਲਿਊ ਸਮਝ ਲਈ, ਉਸ ਦਿਨ ਬਦਲਾਵ ਆ ਜਾਊਗਾ, ਉਸ ਦਿਨ ਨੌਜਵਾਨਾਂ ਦਾ ਭਵਿੱਖ ਇੱਥੇ ਹੀ ਚੰਗਾ ਹੋਊਗਾ। ਅਸੀਂ ਬਦਨਾਮ ਵੀ ਤਾਂ ਆਪ ਹੀ ਕੀਤਾ ਨਾ, ਅਸੀਂ ਕਿਆ ਨਸ਼ੇੜੀ ਹੋ ਗਿਆ, 70% ਨਸ਼ੇੜੀ ਹੋ ਗਿਆ, ਟੀਕੇ ਲਾ ਕੇ ਡਿੱਗੇ ਰਹਿੰਦੇ ਆ, ਪੰਜਾਬ 'ਚ ਨਸ਼ਾ ਬਹੁਤ ਹੈ, ਦੁਨੀਆ ਪੱਧਰ ਤੇ ਗੱਲ ਚਲੀ ਗਈ। ਹੁਣ ਹਾਲਾਤ ਕੈਸੇ ਨੇ, ਹੁਣ ਚੀਜ਼ਾਂ ਕੈਸੀਆਂ ਨੇ ਜਦੋਂ ਗਰਾਊਂਡ ਤੇ ਦੇਖਦੇ? ਮੈਨੂੰ ਲੱਗਦਾ ਇਹਦੀ ਡੈਫੀਨੇਸ਼ਨ ਨਾ ਕਿਸਾਨ ਅੰਦੋਲਨ 'ਚ ਨੌਜਵਾਨਾਂ ਨੇ ਬਦਲਤੀ। ਜਿਹੜਾ ਉਹਨਾਂ ਦੇ ਮੱਥੇ ਤੇ ਟੈਗ ਲੱਗਾ ਸੀ ਨਾ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ, ਤੇ ਇਸ ਅੰਦੋਲਨ 'ਚ ਨੌਜਵਾਨਾਂ ਨੇ ਉਹ ਪਰਿਭਾਸ਼ਾ ਤਾਂ ਬਦਲ ਹੀ ਦਿੱਤੀ ਕਿ ਨਹੀਂ, ਅੱਜ ਵੀ ਜਿਹੜਾ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ 'ਚ ਰਹਿ ਰਿਹਾ, ਉਹ ਭਗਤ ਸਿੰਘ ਹੋਣਾ ਦਾ ਵਾਰਿਸ ਹੈ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਦਾ ਵਾਰਿਸ ਹੈ, ਤੇ ਉਹ ਆਪਣੇ ਹੱਕ ਲੈਣਾ ਜਾਣਦਾ। ਤੇ ਆਉਣ ਵਾਲੇ ਸਮੇਂ 'ਚ 2022 ਜੋ ਮੈਨੂੰ ਲੱਗਦਾ ਵਿਲ ਬੀ ਦਾ ਟਰਨਿੰਗ ਪੁਆਇੰਟ। ਅੱਜ ਤੁਸੀਂ ਕਿਸੇ ਵੀ ਕਾਂਗਰਸ ਲੀਡਰ ਦਾ ਬਿਆਨ ਦੇਖੋ, ਉਹਨਾਂ ਨਾਲ ਤੁਸੀਂ ਇੰਟਰਵਿਊ ਕਰੋ, ਉਹ ਕਹਿਣਗੇ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਈਏ। ਇਹ ਡਰ ਪਹਿਲੇ ਨਹੀਂ ਸੀਗਾ, ਇਹ ਡਰ ਹੁਣ ਆਇਆ। ਕਿਉਂ ਆਇਆ? ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਯੁੱਗ ਆ, ਹੁਣ ਜਾਗਰੂਕ ਹੋ ਚੁੱਕੇ ਆ ਲੋਕ, ਹੁਣ ਨੌਜਵਾਨ ਮੈਦਾਨ 'ਚ ਆ ਚੁੱਕਿਆ। ਹੁਣ ਨੌਜਵਾਨਾਂ ਦੀਆਂ ਗੱਲਾਂ ਸੁਣ ਕੇ ਪੇਰੈਂਟਸ ਨੂੰ ਵੀ ਰਿਅਲਾਈਜ਼ ਹੋ ਰਿਹਾ ਕਿ ਅਸੀਂ ਬਹੁਤ ਗਲਤੀ ਕਰ ਲਈ, 74 ਸਾਲ ਹੋ ਗਏ, ਹਾਲੇ ਤੱਕ ਆਪਣੇ ਹਾਲਾਤ ਨਹੀਂ ਸੁਧਾਰ ਪਾਏ, ਅਸੀਂ ਆਪਣਾ ਸਿਸਟਮ ਨਹੀਂ ਸੁਧਾਰ ਪਾਏ, ਜਿਹਦੇ ਕਰਕੇ ਹੁਣ ਬਦਲਾਵ ਆਉਣ ਦੀ ਉਮੀਦ ਨਜ਼ਰ ਆ ਰਹੀ ਹੈ। ਲੋਕ ਹੱਸਦੇ ਨੇ ਕਈ ਵਾਰ ਜਦੋਂ ਐਸੀਆਂ ਗੱਲਾਂ ਉਹਨਾਂ ਦੇ ਨਾਲ ਕਰੀਦੀਆਂ, ਕ੍ਰਾਂਤੀਕਾਰੀ ਗੱਲਾਂ ਕਰੀਦੀਆਂ, ਜਾਂ ਮੂੰਹ ਤੇ ਨਹੀਂ ਹੱਸਦੇ ਤਾਂ ਪਿੱਠ ਤੇ ਹੱਸਦੇ ਆ ਕਿ ਇਹ ਕੈਸੀਆਂ ਗੱਲਾਂ ਕਰਦੇ ਨੇ, ਇਸ ਤਰ੍ਹਾਂ ਥੋੜੀ ਹੁੰਦਾ। ਇਹ ਸੋਚ ਕਿਵੇਂ ਬਦਲੋਗੇ? ਟਾਈਮ ਲੱਗਦਾ, ਪਰ ਡੈਫੀਨਿਟਲੀ ਬਦਲਾਂਗੇ। ਹਾਰ ਥੋੜੀ ਮੰਨ ਲੈਣੀ ਹੁਣ, ਉਮੀਦ ਨਾਲ ਚੱਲਦਾ। ਪਾਤਰ ਸਾਹਿਬ ਦਾ ਇੱਕ ਸ਼ੇਰ ਹੈ, ਕੀ ਹੋਇਆ ਜੇ ਪੱਤ ਚੜੇ ਆਈ, ਕੀ ਹੋਇਆ ਜੇ ਪੱਤ ਚੜੇ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਕਿੱਥੋਂ ਲੱਭ ਕੇ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਉਮੀਦ ਨਾਲ ਚੱਲ ਰਿਹਾ, ਡੈਫੀਨਿਟਲੀ ਬਦਲਾਵ ਆਊਗਾ। ਮੈਂ ਕਹਿੰਦਾ ਜਿਹੜੇ ਲੋਕ ਪਿੱਠ ਪਿੱਛੇ ਮਜ਼ਾਕ ਉਡਾਉਂਦੇ ਨੇ, ਅਸਲ ਮਜ਼ਾਕ ਤਾਂ ਉਹਨਾਂ ਦੀ ਜ਼ਿੰਦਗੀ ਦਾ ਬਣ ਗਿਆ। ਉਹਨਾਂ ਨੂੰ ਪੁੱਛੋ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਜਦੋਂ ਦੁਖੜੇ ਰੋਣਗੇ ਨਾ ਤੁਹਾਡੇ ਅੱਗੇ, ਕਿਆ ਹੁਣ ਕਰੋ ਮਜ਼ਾਕ। ਜਿਹੜੇ ਲੋਕ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਦੇ ਆ, ਅਸਲ ਮਜ਼ਾਕ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਣਾਇਆ ਪਿਆ। ਅੱਜ ਮੈਂ ਕਹਿੰਦਾ ਅੱਜ ਜਿਹੜੇ ਕਾਂਗਰਸੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨਾ, ਕੈਪਟਨ ਸਰਕਾਰ ਜ਼ਿੰਦਾਬਾਦ, ਮੈਂ ਕਹਿੰਦਾ ਸਿਮਰਨਜੋਤ ਜੀ ਇੱਕ ਵਾਰੀ ਨਾ ਸਰਵੇ ਉਹਨਾਂ ਦਾ ਹੀ ਕਰ ਲਓ ਕਿ ਹੁਣ ਤਾਂ ਤੁਹਾਡੀ ਸਰਕਾਰ ਹੈ। ਤੁਸੀਂ ਕਹਿੰਦੇ ਹੋ ਨਾ ਸਾਡੀ ਸਰਕਾਰ ਹੈ, ਹੋ ਗਈ ਜ਼ਿੰਦਗੀ ਖੁਸ਼ਹਾਲ ਹੋ ਗਈ, ਉਹਨਾਂ ਦੇ ਵੀ ਦੁਖੜੇ ਬਾਹਰ ਆਣਗੇ। ਮੈਂ ਕਹਿਣਾ ਅਸੀਂ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਹੋ ਗਏ। ਇਹ ਹਾਲਾਤ ਹੈ ਬੇਸਿਕਲੀ। ਜਦੋਂ ਅੱਗ ਲੱਗਦੀ ਹੈ ਨਾ, ਜਦੋਂ ਅੱਗ ਫੈਲਦੀ ਹੈ, ਉਹ ਸਾਰੇ ਘਰਾਂ ਨੂੰ ਹੀ ਲੱਗਦੀ ਹੈ ਫਿਰ ਅੱਗ। ਤੇ ਇਸ ਕਰਕੇ ਇਸ ਵੇਲੇ ਲੋੜ ਹੈ ਲੋਕਾਂ ਦੀ ਸਰਕਾਰ। ਚਾਹੁੰਦਾ ਹੈ ਪੰਜਾਬ ਦੇ ਲੋਕਾਂ ਦੀ ਸਰਕਾਰ। ਜਿਸ ਦਿਨ ਲੋਕਾਂ ਦੀ ਸਰਕਾਰ ਬਣ ਗਈ, ਲੋਕਾਂ ਨੂੰ ਹੱਕ ਮਿਲ ਗਏ, ਉਸ ਦਿਨ ਬਦਲਾਵ ਆ ਜਾਊਗਾ। ਆਪਾਂ ਨੂੰ ਇਸ ਲਾਲਚ ਤੋਂ ਬਾਹਰ ਆਉਣਾ ਪੈਣਾ। ਆਟਾ ਦਾਲ ਦੀਆਂ ਸਕੀਮਾਂ, ਚਾਹ ਪੱਤੀ ਦੀਆਂ ਸਕੀਮਾਂ, ਮੋਬਾਈਲ ਫੋਨ ਦੀਆਂ ਸਕੀਮਾਂ, ਫ੍ਰੀ ਸਫ਼ਰ ਦੀਆਂ ਸਕੀਮਾਂ, ਇਹ ਸਾਡੇ ਹੱਕ ਨਹੀਂ ਆ। ਸਾਡੇ ਹੱਕ ਕੀ ਹੈ? ਇੱਜ਼ਤ ਦੀ ਜ਼ਿੰਦਗੀ, ਐਸ ਪਰ ਕ੍ਰੈਡੀਬਿਲਿਟੀ, ਸਾਨੂੰ ਨੌਕਰੀ ਮਿਲੇ, ਚੰਗਾ ਸਿਸਟਮ ਮਿਲੇ, ਇਹ ਆ ਸਾਡਾ ਹੱਕ। ਲੋਕਾਂ ਨੂੰ ਤਾਕਤ ਮਿਲੇ। ਅੱਜ ਕੋਈ ਅਫਸਰ ਕਿਸੇ ਬੰਦੇ ਨੂੰ ਹਰਾਸ ਕਰ ਰਿਹਾ, ਕੀ ਬੰਦੇ ਕੋ ਆਮ ਬੰਦੇ ਕੋ ਪਾਵਰ ਹੈਗੀ ਹੈ ਕਿ ਉਹਨੂੰ ਕੁਝ ਕਰ ਦੇ? ਇਹ ਪਾਵਰ ਦੇਣ ਦੀ ਲੋੜ ਹੈ। ਇੱਦਾਂ ਦੀ ਸਰਕਾਰ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਪਾਵਰ ਦੇਵੇ, ਨਾ ਕਿ ਆਪਣੇ ਕੋ ਪਾਵਰ ਰੱਖੇ। ਤਾਂ ਹੀ ਲੋਕਤੰਤਰ ਦੀ ਜਿੱਤ ਹੋਊਗੀ। ਬਹੁਤ ਧੰਨਵਾਦ, ਸ਼ੁਕਰੀਆ ਇਸ ਸ਼ੋਅ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਸਿਮਰਨਜੋਤ ਜੀ। ਇਸ ਪੇਸ਼ਕਸ਼ 'ਚ ਇੰਨਾ ਹੀ। ਹੋਰ ਨੌਜਵਾਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ। ਆਪਣੇ ਕਮੈਂਟਸ ਜਿਹੜੇ ਆ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਉਮੀਦ ਹੈ ਕਿ ਤਬਦੀਲੀ ਪਸੰਦ ਲੋਕ ਇਸ ਉਪਰਾਲੇ ਨੂੰ ਐਪਰੀਸ਼ੀਏਟ ਕਰਨਗੇ, ਔਰ ਹੋਰ ਨੌਜਵਾਨਾਂ ਦੇ ਨਾਲ ਪੰਜਾਬ ਦੇ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ ਜੋ ਇਹ ਵਿਜ਼ਨ ਲੈ ਕੇ ਚੱਲਦੇ ਨੇ ਕਿ
ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਉਹ ਸਿਆਸਤ ਹੋਵੇ, ਚਾਹੇ ਖੇਤੀ ਹੋਵੇ, ਚਾਹੇ ਹੋਰ ਪੰਜਾਬ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਖੇਤਰ ਹੋਵੇ ਜਿਹਦੇ 'ਚ ਨੌਜਵਾਨ ਚਾਹੁੰਦੇ ਕਿ ਤਬਦੀਲੀ ਹੋਵੇ। ਇਸ ਧਰਤੀ ਨੂੰ, ਇਸ ਮੁਲਕ ਨੂੰ, ਸੋਹਣੇ ਪੰਜਾਬ ਨੂੰ, ਸੋਹਣੀ ਪੰਜਾਬੀਅਤ ਨੂੰ ਇੱਥੇ ਰਹਿ ਕੇ ਬਚਾਈਏ ਔਰ ਬਾਹਰ ਜਿਹੜੇ ਵੀਰ ਸਾਡੇ ਵਸਦੇ ਨੇ ਉਹਨਾਂ ਦੀ ਸਦਾ ਖੁਸ਼ਹਾਲੀ ਤੇ ਸਿਹਤਯਾਬੀ ਦੀ ਅਰਦਾਸ ਇੱਥੇ ਬੈਠ ਕੇ ਕਰਦੇ ਰਹੀਏ। ਧੰਨਵਾਦ।